ਮੋਕ ਉਚਰਾਏ ਸ਼ਾਸਤਰ ਖਟ, ਟਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ, ਰਹਿ ਲੋਕੀ ਨਾਥ ਸਰਵਰੇ ਕਾਇਨਾਤ ਦੇ ਸਾਂਝੇ ਰਹਿਬਰ, ਛਤਰ ਚਵਰ ਤਖਤ ਦੇ ਮਾਲਕ, ਕਲਯੁਗ ਕੇ ਬੋਹਿਤ ਨਾਮ ਕੇ ਜਹਾਜ। ਦਸਾਂ ਪਾਤਸ਼ਾਹੀਆਂ ਦੇ ਸਰੂਪ, ਗੁਰਤਾ ਗੱਦੀ ਤੇ ਸੁਭਾਏਮਾਨ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗਰੀਬ ਨਵਾਜ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ, ਪਾਵਨ ਅਸਥਾਨ ਤੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਖਾਲਸਾ ਸਾਧ ਸੰਗਤ ਜੀਓ। ਸਾਡੇ ਸਭਨਾਂ ਦੇ ਅਤਿਅੰਤ ਵੱਡੇ ਭਾਗ ਹਨ ਜੋ ਸਾਹਿਬ ਜੀਆਂ ਦੀ ਪਾਵਨ ਗੋਦ ਵਿੱਚ ਬੈਠਣ ਦਾ ਇਹ ਸੁਭਾਗਾ ਸਮਾਂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ। ਕੋਈ ਪੂਰਬਲੇ ਕਰਮ ਪ੍ਰਗਟ ਹੁੰਦੇ ਹੈ, ਫਲੀਭੂਤ ਹੁੰਦੇ ਹੈ, ਤਾਂ ਸਾਨੂੰ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸਾਹਿਬਾਂ ਦੇ ਦਰਸ਼ਨ ਕਰਨ ਦਾ, ਸਾਹਿਬਾਂ ਦੇ ਬਚਨ ਸਰਵਣ ਕਰਨ ਦਾ ਸੁਭਾਗਾ ਸਮਾਂ ਗੁਰੂ ਸਾਹਿਬ ਬਖਸ਼ਦੇ ਹਨ। ਸਾਹਿਬ ਗਰੀਬ ਨਵਾਜ ਜੀ ਆਪਣੀ ਪਾਵਨ ਰਸਨਾ ਰਾਹੀਂ ਬਚਨ ਕਰਦੇ ਹੈ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਕੋਈ ਪੂਰਬਲਾ ਕਰਮ ਹੈ ਜਿਸ ਕਰਕੇ ਸਾਹਿਬਾਂ ਦੇ ਪਾਵਨ ਚਰਨਾਂ ਵਿੱਚ ਸਾਨੂੰ ਬਾਂਹ ਤੋਂ ਫੜ ਕੇ ਗਰੀਬ ਨਵਾਜ ਇਸ ਕਲਯੁਗ ਦੇ ਅਤਿਅੰਤ ਘੋਰ ਸਮੇਂ ਵਿੱਚ ਆਪਣੀ ਗੋਦ ਵਿੱਚ ਬਿਠਾਉਂਦੇ ਹਨ, ਆਪਣੇ ਦੀਦਾਰ ਕਰਾਉਂਦੇ ਹੈ, ਪਾਵਨ ਬਚਨ ਸਰਵਣ ਕਰਨ ਦਾ ਸੁਭਾਗ ਮਿਲਦਾ ਹੈ। ਭਾਈ ਨੰਦ ਲਾਲ ਸਾਹਿਬ ਜੀ ਨੇ ਗੁਰੂ ਕਲਗੀਧਰ ਸਾਹਿਬ ਜੀ ਨੂੰ ਬੇਨਤੀ ਕੀਤੀ, ਗਰੀਬ ਨਵਾਜ ਪਿਤਾ ਜੀ, ਜਿਹੜਾ ਕੋਈ ਸਿੱਖ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤੇ ਕਿਸ ਪ੍ਰਕਾਰ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਹੋਣਗੇ। ਜਿਹੜਾ ਕੋਈ ਆਪ ਜੀ ਦੇ ਬਚਨ ਸਰਵਣ ਕਰਨਾ ਚਾਹੁੰਦਾ ਹੈ, ਜਿਹੜਾ ਕੋਈ ਆਪ ਜੀ ਦੇ ਨਾਲ ਬਚਨ ਬਿਲਾਸ ਕਰਨਾ ਚਾਹੁੰਦਾ ਹੈ, ਗੱਲਾਂ ਕਰਨੀਆਂ ਚਾਹੁੰਦਾ ਹੈ, ਸੱਚੇ ਪਾਤਸ਼ਾਹ ਸਿੱਖਾਂ ਦੀ ਇਹ ਭਾਵਨਾ ਕਿਸ ਤਰ੍ਹਾਂ ਪੂਰੀ ਹੋਵੇਗੀ। ਕਿਉਂਕਿ ਖਾਲਸਾ ਜੀ, ਜਿਸ ਤਰ੍ਹਾਂ ਮਾਤਾ ਤੇ ਪੁੱਤਰ ਦਾ ਸੰਬੰਧ ਹੁੰਦਾ ਹੈ, ਜਿਸ ਤਰ੍ਹਾਂ ਇੱਕ ਸਾਕ ਸੰਬੰਧੀ ਰਿਸ਼ਤੇਦਾਰ ਦਾ ਸੰਬੰਧ ਹੁੰਦਾ ਹੈ, ਜਿਸ ਤਰ੍ਹਾਂ ਇਹ ਦੁਨੀਆ ਦੇ ਰਿਸ਼ਤੇ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਨਾਲ ਸਾਡੇ ਸੰਬੰਧ ਜੁੜੇ ਹੁੰਦੇ ਹੈ, ਇਨਵੇਂ ਇਸੇ ਪ੍ਰਕਾਰ ਹੀ ਗੁਰੂ ਤੇ ਸਿੱਖ ਦਾ ਸੰਬੰਧ ਹੈ। ਜਿਵੇਂ ਅਸੀਂ ਆਪਣੇ ਹਰ ਬਚਨ ਬਿਲਾਸ ਸਾਂਝੇ ਕਰਨ ਲਈ, ਕਿਸੇ ਦੀ ਸਲਾਹ ਲੈਣ ਲਈ ਤੇ ਕਿਸੇ ਨੂੰ ਮੇਲ ਮਿਲਣ ਲਈ ਪੁਰਸ਼ਾਰਥ ਕਰਦੇ ਹਾਂ, ਕੋਈ ਔਖੀ ਘੜੀ ਬਣ ਜਾਵੇ, ਕੋਈ ਸਲਾਹ ਮਸ਼ਵਰਾ ਦੇਣ ਵਾਲਾ ਮਿੱਤਰ ਹੋਵੇ, ਉਹਦੇ ਨਾਲ ਵੀ ਜਾ ਕੇ ਬਚਨ ਬਿਲਾਸ ਕਰਦੇ ਹਾਂ, ਸਲਾਹ ਵੀ ਲੈਂਦੇ ਹਾਂ। ਇਸੇ ਪ੍ਰਕਾਰ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ। ਜਦੋਂ ਸਿੱਖ ਦੀ ਅੰਦਰ ਤੀਵਰ ਇੱਛਾ ਜਾਗਦੀ ਹੈ ਨਾ,
ਜਦੋਂ ਗੁਰਸਿੱਖ ਦੇ ਅੰਦਰ ਪ੍ਰੇਮ ਭਾਵਨਾ ਭਰਦੀ ਹੈ, ਫਿਰ ਪੁਕਾਰ ਨਿਕਲਦੀ ਹੈ, ਸੱਚੇ ਪਾਤਸ਼ਾਹ ਕਦੋਂ ਦਰਸ਼ਨ ਹੋਣਗੇ। ਹਉ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਸੱਚੇ ਪਾਤਸ਼ਾਹ ਕਦੋਂ ਦਰਸ਼ਨ ਹੋਣ, ਉਸ ਸਮੇਂ ਤੋਂ ਮੈਂ ਬਲਿਹਾਰੇ ਜਾਵਾਂ। ਐਸੀ ਪੁਕਾਰ ਸੁਣ ਕੇ ਫਿਰ ਗਰੀਬ ਨਵਾਜ ਆਪਣੇ ਸਿੱਖ ਨੂੰ ਆਪਣੇ ਕੋਲ ਬੁਲਾਉਂਦੇ ਆ। ਤੇ ਕਲਗੀਧਰ ਪਿਤਾ ਜੀ ਨੇ ਜਦੋਂ ਭਾਈ ਨੰਦ ਲਾਲ ਜੀ ਨੇ ਪੁੱਛਣਾ ਕੀਤਾ ਨਾ, ਸੱਚੇ ਪਾਤਸ਼ਾਹ ਜਦੋਂ ਸਿੱਖ ਤੁਹਾਡੇ ਦਰਸ਼ਨ ਕਰਨ ਚਾਹਣ, ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹਣ, ਤੁਹਾਡੇ ਬਚਨ ਸੁਣਨੇ ਚਾਹਣ, ਤੇ ਕਿਵੇਂ ਹੋ ਸਕਦੇ ਹੈ। ਉਸ ਵੇਲੇ ਗਰੀਬ ਨਵਾਜ ਨੇ ਬਚਨ ਦੱਸੇ, ਰਹਿਤਨਾਮਿਆਂ ਵਿੱਚ ਅੰਕਿਤ ਨੇ। ਸੱਚੇ ਪਾਤਸ਼ਾਹ ਕਹਿੰਦੇ, ਜੋ ਸਿੱਖ ਮਮ ਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਹੇ। ਜਿਹੜਾ ਭਾਈ ਮੇਰੇ ਦਰਸ਼ਨ ਕਰਨੇ ਚਾਹੁੰਦਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਮਮ ਸਾਥ ਚਾਹੇ ਕਰ ਬਾਤ, ਗ੍ਰੰਥ ਜੀ ਪੜ੍ਹੇ ਸੁਣੇ ਵਿਚਾਰੇ ਸਾਥ। ਜਿਹੜਾ ਕੋਈ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ ਨਾ, ਜੋ ਮਮ ਸਾਥ ਚਾਹੇ ਕਰ ਬਾਤ, ਜਿਹੜਾ ਗੱਲਾਂ ਕਰਨੀਆਂ ਚਾਹੁੰਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹੇ ਸੁਣੇ ਤੇ ਉਹਦੀ ਵਿਚਾਰ ਕਰੇ, ਗੁਰੂ ਨਾਲ ਗੱਲਾਂ ਹੋਣ। ਜੋ ਮਮ ਬਚਨ ਸੁਣਨ ਕੀ ਚਾਹੇ, ਗ੍ਰੰਥ ਜੀ ਸੁਣੇ ਪੜ੍ਹੇ ਸੁਣੇ ਚਿਤ ਲਾਏ। ਜਿਹੜਾ ਕੋਈ ਮੇਰੇ ਬਚਨ ਸੁਣਨ ਦੀ ਇੱਛਾ ਰੱਖਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹ ਕੇ ਉਹਨਾਂ ਨੂੰ ਸਰਵਣ ਕਰੇ, ਚਿੱਤ ਲਾ ਕੇ। ਚਿੱਤ ਹੋਣਾ ਚਾਹੀਦਾ। ਮੇਰਾ ਰੂਪ ਗ੍ਰੰਥ ਜੀ ਮਾਨ, ਇਨ ਮੈਂ ਭੇਦ ਨਾ ਕਛੂ ਜਾਣ। ਮੇਰਾ ਰੂਪ ਜਾਣਨਾ ਗੁਰੂ ਗ੍ਰੰਥ ਸਾਹਿਬ ਨੂੰ। ਇਹ ਬਚਨ ਗੁਰੂ ਕਲਗੀਧਰ ਸਾਹਿਬ ਜੀ ਨੇ ਭਾਈ ਨੰਦ ਲਾਲ ਜੀ ਨੂੰ ਕਹੇ। ਜਿਹੜਾ ਵੀ ਸਿੱਖ ਮੇਰੇ ਦਰਸ਼ਨ ਕਰਨੇ ਚਾਹੁੰਦਾ ਹੈ, ਗੱਲਾਂ ਕਰਨੀਆਂ ਚਾਹੁੰਦਾ ਹੈ, ਬਚਨ ਸੁਣਨਾ ਚਾਹੁੰਦਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਚਿੱਤ ਲਾ ਕੇ ਭਾਵਨਾ ਦੇ ਨਾਲ। ਤੇ ਸਾਧ ਸੰਗਤ ਜੀ, ਜਿੱਥੇ ਭਾਵਨਾ ਹੈ ਉੱਥੇ ਪੱਥਰ ਵਿੱਚ ਵੀ ਪਰਮੇਸ਼ਰ ਹੈ। ਧੰਨਾ ਜੀ ਨੇ ਪ੍ਰੇਮ ਨਾਲ ਭਾਵਨਾ ਦੇ ਨਾਲ ਪੱਥਰ ਦੇ ਵਿੱਚੋਂ ਪਰਮੇਸ਼ਰ ਨੂੰ ਪਾਇਆ, ਤੇ ਉਹ ਭਾਵਨਾ ਸੀ। ਨਾਮਦੇਵ ਜੀ ਨੇ ਪੱਥਰ ਦੀ ਮੂਰਤੀ ਨੂੰ ਭੋਗ ਲਵਾਇਆ, ਇਹ ਭਾਵਨਾ ਹੀ ਸੀ। ਇਹ ਚਿੱਤ ਦਾ ਭਾਵ ਹੀ ਸੀ, ਪਰ ਉਸ ਭਾਵ ਦੇ ਵਿੱਚ ਸਾਧ ਸੰਗਤ ਜੀ ਸਤੋਗੁਣੀ ਬਿਰਤੀ ਸੀ। ਹਿਰਦੇ ਦੀ ਤੀਬਰ ਇੱਛਾ ਸੀ। ਇਹ ਨਹੀਂ ਹੈ ਕਿ ਅੱਜ ਚਿੱਤ ਕੀਤਾ, ਅੱਜ ਮਨ ਉਦਾਸ ਹੋਇਆ, ਅੱਜ ਕੋਈ ਵਿਘਨ ਪੈ ਗਿਆ, ਅੱਜ ਕੋਈ ਪਰੇਸ਼ਾਨੀ ਆ ਗਈ ਤੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਜਾਗ ਗਈ ਤੇ ਆ ਕੇ ਦਰਸ਼ਨ ਕੀਤੇ, ਤੇ ਮਨ ਦੇ ਵਿੱਚ ਐਸੇ ਸੰਕਲਪ ਵਿਕਲਪ ਵੀ ਚੱਲੀ ਜਾਂਦੇ ਆ, ਤੇ ਉਹਨਾਂ ਦਰਸ਼ਨਾਂ ਦੇ ਵਿੱਚ ਉਹ ਰਸ ਨਹੀਂ ਮਿਲਦਾ। ਭੱਜੇ ਭੱਜੇ ਆਏ, ਦੀਦਾਰ ਕਰ ਲਏ, ਮੱਥਾ ਟੇਕ ਲਿਆ, ਪਰਿਕਰਮਾ ਕਰ ਲਈਆਂ, ਉਹ ਰਸ ਨਹੀਂ ਹੈ ਸਾਧ ਸੰਗਤ ਜੀ। ਕਿਉਂ? ਉਹਦੇ ਵਿੱਚ ਚਿੱਤ ਨਹੀਂ ਹੈ। ਇਹਦੀ ਇੱਕ ਸੁਖੈਨ ਜੀ ਉਦਾਹਰਣ ਹੈ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਕਿ ਚਿੱਤ ਲਾਏ। ਚਿੱਤ ਕਿਸ ਤਰ੍ਹਾਂ ਲੱਗਦਾ? ਕਿਸੇ ਪ੍ਰੇਮੀ ਨੂੰ ਭੁੱਖ ਲੱਗੀ ਹੈ, ਉਹਨੇ ਭੋਜਨ ਛਕਣਾ, ਭੋਜਨ ਪੱਕਿਆ ਹੋਇਆ, ਭੋਜਨ ਛਕਣ ਦਾ ਤਰੀਕਾ ਕੀ ਵਰਤਿਆ? ਪ੍ਰਸ਼ਾਦਾ ਲਿਆ, ਹੱਥ ਦੇ ਉੱਤੇ ਪਾਇਆ, ਉੱਤੇ ਭੋਜਨ ਸਬਜ਼ੀ ਭਾਜੀ ਜੋ ਰੱਖੀ ਹੈ, ਤੁਰਿਆ ਆਇਆ, ਪ੍ਰਸ਼ਾਦਾ ਲਿਆ, ਤੁਰੇ ਜਾਂਦੇ ਨਹੀਂ ਛਕ ਲਿਆ। ਇਹ ਅਸੀਂ ਆਪਣੇ ਜੀਵਨ ਵਿੱਚ ਵਰਤੀ ਹੋਈ ਘਟਨਾ ਨੂੰ ਪ੍ਰਤੱਖ ਕਰਕੇ ਵੇਖ ਸਕਦੇ ਹਾਂ। ਜਿਨ੍ਹਾਂ ਨੇ ਨਹੀਂ ਮਹਿਸੂਸ ਕੀਤਾ, ਉਹ ਇਹਨੂੰ ਵਰਤੱਖ ਵੀ ਵਰਤ ਕੇ ਵੇਖ ਸਕਦੇ ਆ। ਪ੍ਰਸ਼ਾਦਾ ਭੱਜੇ ਆਏ ਨੇ, ਚੁੱਕਿਆ, ਪ੍ਰਸ਼ਾਦਾ ਪਾਇਆ, ਤੁਰੇ ਜਾਂਦੇ ਨੇ, ਪ੍ਰਸ਼ਾਦਾ ਛਕ ਲਿਆ, ਭੁੱਖ ਨਿਵਰਤ ਹੋ ਗਈ। ਦੂਸਰਾ ਆਇਆ, ਬੜੇ ਪ੍ਰੇਮ ਨਾਲ ਹੱਥ ਪੈਰ 5 ਇਸ਼ਨਾਨੇ ਕੀਤੇ ਹੈ, ਆ ਕੇ ਪੰਗਤ ਵਿੱਚ ਬੈਠਾ ਹੈ, ਪਾਕ ਸਾਲ ਤਿਆਰ ਹੋਇਆ,
ਥਾਲੀ ਵਿੱਚ ਭੋਜਨ ਪੈ ਕੇ ਕੋਲ ਪਹੁੰਚਿਆ ਹੈ, ਅਰਦਾਸ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ, ਭੋਜਨ ਛਕਿਆ ਹੈ, ਹੱਥ ਪੈਰ ਸੁੱਚੇ ਕਰਕੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਨੂੰ। ਭੁੱਖ ਤੇ ਉਹਦੀ ਵੀ ਨਿਵਰਤੀ ਹੋਈ ਹੈ। ਜਿਹੜਾ ਭੱਜਿਆ ਜਾਂਦਾ ਛਕ ਗਿਆ, ਭੁੱਖ ਉਹਦੀ ਵੀ ਨਿਵਰਤ ਹੈ। ਜਿਹੜਾ ਆ ਕੇ ਬਹਿ ਕੇ ਪੰਜ ਇਸ਼ਨਾਨਾਂ ਕਰਕੇ ਛਕ ਰਿਹਾ, ਭੁੱਖ ਉਹਨੇ ਵੀ ਨਿਵਰਤ ਕੀਤੀ ਹੈ। ਭੋਜਨ ਛਕਣ ਦਾ ਹੀ ਤਾਂ ਮਕਸਦ ਹੈ, ਮਕਸਦ ਹੋਰ ਕੀ ਹੈ? ਭੁੱਖ ਨਿਵਰਤ ਕਰਨੀ ਹੈ। ਪਰ ਫਰਕ ਹੈ, ਜਿਸ ਇਨਸਾਨ ਨੇ ਤੁਰੇ ਜਾਂਦੇ ਭੋਜਨ ਛਕਿਆ, ਉਹਨੇ ਕੇਵਲ ਭੁੱਖ ਨਿਵਰਤ ਕੀਤੀ ਆ, ਉਹਦੇ ਵਿੱਚੋਂ ਰਸ ਨਹੀਂ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਨੇ ਬਹਿ ਕੇ ਪੰਜ ਇਸ਼ਨਾਨਾਂ ਕਰਕੇ ਬੜੇ ਪ੍ਰੇਮ ਅਦਬ ਦੇ ਨਾਲ ਅਰਦਾਸ ਬੇਨਤੀ ਕਰਕੇ ਭੋਜਨ ਛਕਿਆ, ਉਹਨੇ ਭੁੱਖ ਤਾਂ ਨਿਵਰਤ ਕੀਤੀ ਆ, ਉਹਨੇ ਰਸ ਵੀ ਲਿਆ ਵਿੱਚੋਂ ਭੋਜਨ ਦੇ। ਇਸੇ ਪ੍ਰਕਾਰ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੇ ਨਾਲ ਸਿੱਖ ਦੀ ਪ੍ਰੀਤ ਹੈ। ਜਿਨ੍ਹਾਂ ਦੇ ਅੰਦਰ ਖਿੱਚ ਹੁੰਦੀ ਹੈ, ਉਹ ਭਾਈ ਘਰੋਂ ਅਰਦਾਸ ਕਰਕੇ ਚੱਲਦੇ ਆ, ਸੱਚੇ ਪਾਤਸ਼ਾਹ ਆਪ ਜੀ ਦੇ ਦੀਦਾਰ ਕਰਨ ਆ ਰਹੇ ਆ। ਘੱਟ ਤੋਂ ਘੱਟ ਆਪਣੇ ਕੋਲ ਕੋਈ ਪੂੰਜੀ ਤਾਂ ਰੱਖੋ, ਜਿਹੜੀ ਗੁਰੂ ਸਾਹਿਬ ਨੂੰ ਭੇਟ ਕਰ ਸਕੀਏ। ਕੋਈ ਜਪਜੀ ਸਾਹਿਬ ਦਾ ਪਾਠ ਕਰਕੇ ਆਉਂਦਾ ਹੈ, ਕੋਈ ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ ਆਉਂਦਾ, ਕੋਈ ਸੁਖਮਨੀ ਸਾਹਿਬ ਕਰਕੇ ਆਉਂਦਾ। ਇਹ ਸਾਡਾ ਆਪਣਾ ਨਿਤਨੇਮ ਹੈ। ਗੁਰੂ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਆ, ਗੁਰੂ ਸਾਹਿਬ ਵਾਸਤੇ ਕੋਈ ਭੇਟ ਲੈ ਕੇ ਆਏ ਆ, ਮਾਇਆ ਭੇਟ ਲੈ ਕੇ ਆਏ ਆ ਗੁਰੂ ਸਾਹਿਬ ਵਾਸਤੇ। ਉਹ ਤੇ ਗੁਰੂ ਦੀ ਦਿੱਤੀ ਹੋਈ ਹੈ, ਉਹ ਸਾਡੀ ਨਹੀਂ ਹੈ। ਮਾਇਆ ਪਰਮੇਸ਼ਰ ਦੀ ਦਿੱਤੀ ਵਰਤਦੀ ਹੈ, ਮਾਇਆ ਦਾਸੀ ਪਰਮੇਸ਼ਰ ਦੀ ਹੈ। ਤੇ ਮਾਇਆ ਲਿਆ ਕੇ ਅਸੀਂ ਕਹਿੰਦੇ ਆ ਅਸੀਂ ਗੁਰੂ ਦੇ ਦੀਦਾਰ ਕਰ ਲਏ। ਸੱਚ ਜਾਣਿਓ, ਤੁਸੀਂ ਭੁੱਖ ਹੀ ਨਿਵਰਤ ਕੀਤੀ ਹੈ, ਰਸ ਨਹੀਂ ਲਿਆ ਇਸ ਚੋਂ। ਜਦੋਂ ਮਾਇਆ ਦੇ ਨਾਲ ਜਪਜੀ ਸਾਹਿਬ ਪੜਿਆ ਹੋਇਆ ਹੋਵੇਗਾ ਨਾ, ਉਦਣ ਆ ਕੇ ਦੀਦਾਰ ਕਰਿਓ, ਤੁਹਾਨੂੰ ਰਸ ਮਿਲੇਗਾ। ਇਸੇ ਤਰ੍ਹਾਂ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਜਦੋਂ ਮਨੁੱਖ ਗੁਰਮੁਖ ਬਿਰਤੀ ਧਾਰ ਕੇ, ਐਵੇਂ ਥੋੜਾ ਸਤਿਗੁਰਾਂ ਨੇ ਕਿਹਾ ਕਿ ਜਦੋਂ ਗੁਰਮੁਖ ਤੇ ਮਨਮੁਖ ਦੀ ਬਿਰਤੀ ਆ ਜਾਂਦੀ ਆ, ਉੱਥੇ ਫਿਰ ਸਤਿਗੁਰੂ ਜੀ ਨਿਸਤਾਰਾ ਕਰ ਦਿੰਦੇ ਆ ਕਿ ਗੁਰਮੁਖ ਜੋ ਹੈ ਉਹ ਹਰ ਕਾਰਜ ਵਿੱਚ ਗੁਰੂ ਨੂੰ ਆਪਣੇ ਨਾਲ ਅੰਗ ਸੰਗ ਰੱਖਦਾ ਹੈ। ਮਨਮੁਖ ਜਿਹੜਾ ਹਰ ਥਾਂ ਤੇ ਆਪਣਾ ਆਪ ਜਣਾਉਂਦਾ ਹੈ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਗੁਰਮੁਖਾਂ ਨੂੰ ਤਾਂ ਗੱਲ ਨਾਲ ਲਾਉਂਦੇ ਆ, ਕਿਉਂਕਿ ਗੁਰਮੁਖਾਂ ਦੀ ਬਿਰਤੀ ਵਿੱਚ ਹਰ ਥਾਂ ਗੁਰੂ ਵਸਦਾ ਹੈ। ਤੇ ਜਦੋਂ ਸਾਧ ਸੰਗਤ ਜੀ ਜਪਜੀ ਸਾਹਿਬ ਪੜ੍ਹ ਕੇ ਗੁਰੂ ਦੇ ਦੀਦਾਰ ਕਰਾਂਗੇ ਨਾ, ਘਰੋਂ ਭਾਵਨਾ ਲੈ ਕੇ, ਸ਼ਰਧਾ ਲੈ ਕੇ, ਟਿਕਾ ਲੈ ਕੇ ਚੱਲਾਂਗੇ, ਉਸ ਦਿਨ ਰਸ ਵਰਤਦਾ ਹੈ। ਤੇ ਉਹ ਰਸ ਕਿਸ ਤਰ੍ਹਾਂ ਵਰਤਦਾ ਹੈ? ਫਿਰ ਬੈਠ ਕੇ ਗੁਰੂ ਦੇ ਬਚਨ ਸਰਵਣ ਕਰਨੇ, ਗੁਰੂ ਦੇ ਬਚਨ ਸਰਵਣ ਕਰਨੇ, ਉਹਨਾਂ ਨੂੰ ਹਿਰਦੇ ਵਿੱਚ ਵਸਾਉਣਾ ਹੈ, ਫਿਰ ਉਹਨਾਂ ਉੱਤੇ ਜੀਵਨ ਢਾਲਣਾ। ਉਹ ਰਸ ਹੈ ਸਾਰੇ ਦਿਨ ਦਾ, ਉਹ ਹੈ ਰਸ। ਤੇ ਉਹ ਰਸ ਲੈਣ ਵਾਸਤੇ ਸਾਧ ਸੰਗਤ ਜੀ ਗੁਰੂ ਕੇ ਪਿਆਰੇ ਗੁਰੂ ਕੇ ਦਰਬਾਰ ਵਿੱਚ ਆਉਂਦੇ ਆ। ਇਸ ਕਰਕੇ ਕਿਹਾ ਜਾਂਦਾ ਕਿ ਵੱਡ ਭਾਗੀ ਹਰ ਸੰਗਤ ਪਾਵੈ। ਜਿਹੜਾ ਵੱਡੇ ਭਾਗਾਂ ਵਾਲਾ ਉਹੋ ਹੀ ਸੰਗਤ ਪਾਉਂਦਾ ਹੈ, ਜਿਹੜਾ ਭਾਗਹੀਣ ਉਹ ਭਰਮ ਦੀਆਂ ਚੋਟਾਂ ਖਾਂਦਾ ਹੈ। ਭਰਮ ਦੀ ਚੋਟ ਹੀ ਹੈ, ਪਤਾ ਇੱਕ ਪਲ ਦਾ ਨਹੀਂ ਸਵਾਸ ਦੇ ਕਿ ਕਿੰਨੀ ਦੇਰ ਤੱਕ ਸਵਾਸ ਆਣੇ ਆ ਜਾਂ ਨਹੀਂ ਆਉਣੇ। ਤੇ ਜਦੋਂ ਇੱਥੇ ਦਰਬਾਰ ਵਿੱਚ ਆਉਂਦਾ ਹੈ ਤੇ ਘਰੋਂ ਭਾਵੇਂ ਤਿਆਰੀ ਕਰਕੇ ਵੀ ਆਵੇ ਵੀ ਮੈਂ ਕਥਾ ਸੁਣ ਕੇ, ਕੀਰਤਨ ਸੁਣ ਕੇ ਹੀ ਜਾਣਾ, ਪਰ ਇੱਥੇ ਆਣ ਕੇ ਇੰਨੇ ਝੰਜਰ ਝੇਰੇ ਪੈ ਜਾਂਦੇ ਆ, ਮੈਂ ਡਿਊਟੀ ਤੇ ਜਾਣਾ, ਮੈਂ ਕੰਮਕਾਜ ਕਰਨੇ ਆ। ਇਹ ਭਰਮ ਹੀ ਹੈ। ਜੇ ਭਰਮ ਨਾ ਹੋਵੇ ਤੇ ਭਰੋਸਾ ਹੋਵੇ ਤੇ ਕੋਈ ਗੱਲ ਨਹੀਂ, ਕਾਰਜ ਹੋ ਜਾਣੇ ਆ। ਮਹਾਰਾਜ ਦੀ ਹਜ਼ੂਰੀ ਜ਼ਰੂਰੀ ਹੈ। ਪਰ ਭਰਮ ਹੈ। ਭਰਮ ਕੀ ਹੈ? ਨਰਪਤ ਇੱਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਇਹ ਭਰਮ ਹੈ। ਰਾਜਾ ਸਿੰਘਾਸਣ ਤੇ ਸੁੱਤਾ ਪਿਆ, ਸੋਹਣੇ ਫੁੱਲਾਂ ਦੀ ਸੇਜ ਹੈ, ਤੇ ਸੁਪਨਾ ਕੀ ਵੇਂਦਾ ਵੀ ਮੈਂ ਭਿਖਾਰੀ ਬਣ ਗਿਆ। ਸਾਰਾ ਰਾਜ ਨਸ਼ਟ ਹੋ ਗਿਆ, ਅਹਿਲਕਾਰ ਸਾਰੇ ਖਤਮ ਹੋ ਗਏ, ਮਾਇਆ ਦਾ ਪਸਾਰਾ ਸਾਰਾ ਖਤਮ ਹੋ ਗਿਆ। ਇੰਨੀ ਪ੍ਰਜਾ ਪੈਰਾਂ ਤੇ ਆ ਕੇ ਮੱਥਾ ਟੇਕਦੀ, ਉਹ ਸਾਰੀ ਪ੍ਰਜਾ ਖਤਮ ਹੋ ਗਈ। ਇੰਨਾ ਵਜ਼ੀਰਾਂ ਦਾ ਵੱਡਾ ਦਰਬਾਰ ਸਜਦਾ, ਉਹ ਸਾਰਾ ਦਰਬਾਰ ਖਤਮ ਹੋ ਗਿਆ। ਉਸੇ ਦਰਬਾਰ ਵਿੱਚ ਭੀਖ ਮੰਗਣੀ ਪੈ ਗਈ। ਤੇ ਭਰਮ ਹੀ ਹੈ ਨਾ ਸੁਪਨੇ ਦਾ।
ਤੇ ਜਦੋਂ ਅੱਖ ਖੋਲੀ ਤਰੇਲੋ ਤਰੇਲੀ ਹੋਇਆ ਪਿਆ, ਪਸੀਨੋ ਪਸੀਨੀ ਹੋਇਆ। ਕੀ ਗੱਲ ਹੋ ਗਈ? ਮੈਂ ਭਿਖਾਰੀ ਤਾਂ ਨਹੀਂ ਬਣ ਗਿਆ? ਅੱਖਾਂ ਖੁੱਲੀਆਂ ਤੇ ਪਤਾ ਲੱਗਿਆ ਵੀ ਨਹੀਂ, ਰਾਜਾ ਹੀ ਆ। ਇਹੋ ਹੀ ਭਰਮ ਹੈ। ਮੋਢਿਆਂ ਤੇ ਸਾਰਾ ਭਾਰ ਸ੍ਰਿਸ਼ਟੀ ਦਾ ਲੱਦਿਆ ਵੀ ਕੋਈ ਨਹੀਂ, ਕਥਾ ਫੇਰ ਸੁਣ ਲਵਾਂਗੇ, ਕੋਈ ਨਹੀਂ ਨਿਤਨੇਮ ਫੇਰ ਕਰ ਲਵਾਂਗੇ, ਘਰ ਦੇ ਕੰਮ ਵੀ ਜ਼ਰੂਰੀ ਨੇ, ਬੱਚਿਆਂ ਨੂੰ ਪਾਲਣਾ ਵੀ ਜ਼ਰੂਰੀ। ਸਾਰੀ ਸ੍ਰਿਸ਼ਟੀ ਦਾ ਸਾਰੇ ਕੰਮਕਾਜ ਹੀ ਮੈਂ ਕਰਨੇ, ਹੋਰ ਤਾਂ ਕਿਸੇ ਨੇ ਕਰਨੇ ਨਹੀਂ। ਇਹ ਭਰਮ ਹੈ। ਜਦੋਂ ਭਰਮ ਨਿਵਰਤ ਹੁੰਦਾ ਹੈ, ਇੱਕ ਪਲ ਵਿੱਚ ਉਦੋਂ ਹੀ ਪਤਾ ਲੱਗਦਾ। ਕਹਿੰਦੇ ਪਤਾ ਹੀ ਨਹੀਂ ਲੱਗਿਆ ਜੀ, ਪ੍ਰਸ਼ਾਦਾ ਛਕਿਆ ਸੀ, ਪਤਾ ਹੀ ਨਹੀਂ ਲੱਗਿਆ। ਬੜੇ ਹੱਸ ਕੇ ਗੱਲਾਂ ਕੀਤੀਆਂ, ਕੋਈ ਕੁਝ ਵੀ ਨਹੀਂ। ਇਹ ਭਰਮ ਸੀ, ਚਲਾ ਗਿਆ। ਮੁੜ ਕੇ ਪਰਿਵਾਰ ਕਿਹਨੇ ਚਲਾਣਾ? ਪਰਿਵਾਰ ਦੇ ਧੰਦੇ ਕਿਹਨੇ ਚਲਾਣੇ ਆ? ਝੂਠੇ ਧੰਦਿਆਂ ਪਿੱਛੇ ਨਹੀਂ। ਸਾਧ ਸੰਗਤ ਜੀ, ਗੁਰਮੁਖਾਂ ਵਾਲੀ ਬਿਰਤੀ ਰੱਖਣੀ, ਟਿਕਾ ਰੱਖਣਾ ਹਿਰਦੇ ਵਿੱਚ ਕਿ ਗੁਰੂ ਦੇ ਬਚਨਾਂ ਨੂੰ ਜਿੱਥੋਂ ਤੱਕ ਹੋ ਸਕੇ ਚਿੱਤ ਲਾ ਕੇ ਸਰਵਣ ਕਰਨਾ ਤੇ ਚਿੱਤ ਵਿੱਚ ਵਸਾਉਣੇ ਆ ਉਹਨਾਂ ਬਚਨਾਂ ਨੂੰ। ਤਾਂ ਹਿਰਦੇ ਵਿੱਚ ਗੁਰੂ ਸਾਹਿਬ ਗੁਰਮੁਖਾਂ ਵਾਲੀ ਭਾਵਨਾ ਬਖਸ਼ਣਗੇ। ਬੜੇ ਉੱਚੇ ਕਰਮ ਹੋਣ ਸਾਧ ਸੰਗਤ ਜੀ, ਤਾਂ ਗੁਰਮੁਖਾਂ ਵਾਲੀ ਬਿਰਤੀ ਬਣਦੀ ਆ। ਗੁਰਮੁਖ ਦੀ ਬਿਰਤੀ ਲੈਣੀ ਬਹੁਤ ਔਖੀ ਆ। ਗੁਰੂ ਨਾਨਕ ਸਾਹਿਬ ਜੀ ਜਦੋਂ ਅਚਾਡ ਬਟਾਲੇ ਦੀ ਧਰਤੀ ਤੇ ਗਏ ਆ, ਉਸ ਵੇਲੇ ਜਦੋਂ ਸਿੱਧਾਂ ਨਾਲ ਚਰਚਾ ਹੋਈ, ਉਸ ਵੇਲੇ ਸਿੱਧ ਨੇ ਮਹਾਰਾਜ ਜੀਆਂ ਦੇ ਜਦੋਂ ਬਚਨ ਵਿਲਾਸ ਸੁਣੇ, ਨਿਸ਼ਾ ਹੋ ਗਈ ਕਿ ਸੱਚੇ ਪਾਤਸ਼ਾਹ ਦਾ ਇੰਨਾ ਪ੍ਰਤੱਖ ਪ੍ਰਤਾਪ ਹੈ। ਤੇ ਮਹਾਰਾਜ ਦੇ ਚਰਨਾਂ ਵਿੱਚ ਢਹਿ ਕੇ ਝੰਗਰਨਾਥ ਕਹਿਣ ਲੱਗਾ, ਮਹਾਰਾਜ ਬਚਨ ਬਖਸ਼ੋ, ਕਿਸ ਤਰ੍ਹਾਂ ਸ਼ਾਂਤੀ ਆਵੇ। ਉਸ ਵੇਲੇ ਫਿਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ। ਮਹਾਰਾਜ ਕਹਿੰਦੇ ਦੂਧ ਕਰਮ ਫੁਨ ਸੁਰਤ ਸਮਾਇਨ, ਹੋਰ ਹੋਏ ਨਿਰਾਸ ਜਮਾਵੋ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁਧੈ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ ਜਮਾਵੋ। ਭਾਂਡਾ ਧੋ ਕੇ ਉਹਨੂੰ ਧੂਪ ਦੇ ਕੇ ਤੇ ਫਿਰ ਉਹਦੇ ਵਿੱਚ ਦੁੱਧ ਪਾਉਣਾ, ਫਿਰ ਉਹਨੂੰ ਗਰਮ ਕਰਨਾ, ਫਿਰ ਉਹ ਦੁੱਧ ਨੂੰ ਠਾਰਨਾ ਪੈਂਦਾ, ਫਿਰ ਜਾ ਕੇ ਦੁੱਧ ਨੂੰ ਜਾਗ ਲੱਗਦੀ ਆ। ਤੇ ਫਿਰ ਜੇ ਟਿਕਿਆ ਰਵੇ ਤਾਂ ਦਹੀਂ ਜੰਮਦਾ, ਜੇ ਨਾ ਟਿਕਿਆ ਨਾ ਦੁੱਧ ਜਿੰਨੀ ਮਰਜ਼ੀ ਜਾਗ ਲਾ ਲਓ, ਦਹੀਂ ਨਹੀਂ ਜੰਮਦਾ। ਟਿਕਾਉਣਾ ਪੈਂਦਾ ਦੁੱਧ ਨੂੰ ਇੱਕ ਥਾਂ ਤੇ। ਇਹ ਉਦਾਹਰਣ ਦਿੱਤੀ ਸੱਚੇ ਪਾਤਸ਼ਾਹ ਨੇ, ਪਰ ਉਦਾਹਰਣ ਦੇ ਵਿੱਚ ਵੇਖੋ ਕਿੱਡਾ ਰਹੱਸ ਦਿੱਤਾ ਸੱਚੇ ਪਾਤਸ਼ਾਹ। ਕਹਿੰਦੇ ਦੂਧ ਕਰਮ, ਕਰਮ ਦੁੱਧ ਨੇ, ਹੁਣ ਸੁਰਤ ਸਮਾਇਣ, ਸੁਰਤ ਦੇ ਨਾਲ ਇਹਨਾਂ ਕਰਮਾਂ ਨੇ ਜੁੜਨਾ। ਤੇ ਯਾਦ ਰੱਖੀ, ਸੁਰਤ ਤੇ ਕਰਮ ਜੁੜਨ ਤੋਂ ਮਗਰੋਂ ਵੀ ਨਾ ਹੋਏ ਨਿਰਾਸ ਜਮਾਵੋ। ਆਸ ਨਾ ਰੱਖੀ ਵੀ ਇਹਨੇ ਜੰਮਣਾ ਕਿ ਨਹੀਂ ਜੰਮਣਾ। ਕਿਉਂ? ਕਿਉਂਕਿ ਪਤਾ ਨਹੀਂ ਕਿਹੜੀ ਘੜੀ ਆ ਜਾਵੇ, ਇਹ ਮਨ ਦੇ ਉੱਤੇ ਕੋਈ ਕਲਯੁਗ ਦਾ ਪ੍ਰਭਾਵ ਪੈ ਜਾਵੇ। ਗਿਆ ਸਾਰਾ ਕੀਤਾ ਕਰਾਇਆ। ਨਿਰਾਸ ਰੱਖਣਾ ਹੈ ਆਪਣੇ ਆਪ ਨੂੰ। ਇਹ ਜਿਹੜਾ ਰਾਹ ਹੈ ਨਾ, ਇਹ ਅਲੂਣੀ ਸਿੱਲ ਚੱਟਣੀ ਹੈ। ਪੱਥਰ ਦੇ ਚੱਟਣ ਚ ਕੀ ਸਵਾਦ ਆ? ਇਹ ਉਹ ਰਾਹ ਹੈ। ਮਤਾਂ ਭੁਲੇਖਾ ਹੋਵੇ ਵੀ ਮੈਂ 10 ਦਿਨ ਨਿਤਨੇਮ ਕਰ ਲਿਆ, 10 ਦਿਨ ਹਾਜ਼ਰੀ ਭਰ ਲਈ, ਮੇਰਾ ਸਾਰਾ ਕੁਝ ਹੋਣ ਲੱਗ ਪਿਆ। ਮਨ ਦੇ ਵਿੱਚ ਥੋੜਾ ਜਿਹਾ ਫੁਰਨਾ ਜਗਾਇਆ, ਉਹ ਫੁਰਨਾ ਪ੍ਰਗਟ ਹੋ ਗਿਆ, ਪ੍ਰਤੱਖ ਹੋ ਗਿਆ। ਮਤਾਂ ਭੁਲੇਖਾ ਹੋਵੇ ਕਿ ਮੈਂ ਰੱਬ ਨੂੰ ਪਾ ਲਿਆ ਜਾਂ ਰੱਬ ਮੇਰੇ ਕਹਿਣੇ ਵਿੱਚ ਆ ਗਿਆ। ਇਹੋ ਜਿਹੇ ਬਹੁਤ ਨੇ। ਸਿੱਧ ਸਾਧਕ ਜੋਗੀ ਅਰ ਜੰਗਮ ਸਭ ਰੁਲੇ ਫਿਰਦੇ ਆ। ਇਹੋ ਜਿਹੀਆਂ ਕਰਾਮਾਤਾਂ ਕਰਨ ਵਾਲੇ ਤਾਂ ਸਿੱਧ ਬਹੁਤ ਸੀ, ਪਰ ਗੁਰਮੁਖ ਨਹੀਂ ਬਣ ਸਕੇ ਸਿੱਧ। ਕਿਸੇ ਸਿੱਧ ਦੀ ਗੁਰਮੁਖ ਵਾਲੀ ਅਵਸਥਾ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨਿਰਾਸ਼ ਹੋ ਕੇ ਆਪਣੇ ਆਪ ਨੂੰ ਜਮਾਈ, ਫੇਰ ਕਿਤੇ ਜਾ ਕੇ ਗੁਰੂ ਦੀ ਕਿਰਪਾ ਹੁੰਦੀ ਹੈ। ਤੋ ਇਸ ਲਈ ਸਾਧ ਸੰਗਤ ਜੀ, ਚਿੱਤ ਦੀਆਂ ਸੁਰਤੀਆਂ ਨੂੰ ਇਕਾਗਰ ਕਰਕੇ ਅੱਜ ਦੇ ਜੋ ਗੁਰਵਾਕ ਨੇ, ਮੈਂ ਪਹਿਲੋਂ ਬੇਨਤੀ ਕਰਕੇ ਹਟਿਆ ਕਿ ਸੱਚੇ ਪਾਤਸ਼ਾਹ ਨੇ ਕਿਹਾ ਮੇਰਾ ਰੂਪ ਗ੍ਰੰਥ ਜੀ ਜਾਣ। ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਵਾਕ ਬਖਸ਼ਿਆ, ਇਹ ਨਾ ਕਹੋ ਕਿ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਾਕ ਨੇ। ਗੁਰੂ ਸਾਹਿਬ ਬੋਲ ਰਹੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਬੋਲ ਰਹੇ ਆ। ਇੱਕ ਹੋਰ ਉਦਾਹਰਣ ਹੈ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਕੇਵਲ ਸਾਨੂੰ, ਜਿਸ ਤਰ੍ਹਾਂ ਸਾਨੂੰ ਇਹ ਹੁੰਦਾ ਕਿ ਜੇ ਆਹ ਬਚਨ ਸਾਡੇ ਇਸ ਮਿੱਤਰ ਨੇ ਕਹਿ ਦਿੱਤਾ ਜਾਂ ਸਾਨੂੰ ਸੁਣਾ ਦਿੱਤਾ, ਇਹਦੇ ਤੇ ਸਾਨੂੰ ਭਰੋਸਾ ਹੈ ਕਿ ਹਾਂ ਇਸ ਮਿੱਤਰ ਦਾ ਸਾਨੂੰ ਸੱਚ ਪੱਕਾ ਹੈ ਕਿ ਇਹ ਝੂਠ ਨਹੀਂ ਸਾਨੂੰ ਕਹਿ ਸਕਦਾ, ਇਹ ਤੇ ਸਾਨੂੰ ਭਰੋਸਾ ਹੈ। ਗੁਰੂ ਸਾਹਿਬ ਨੇ ਜਿਹੜੇ ਬਚਨ ਸਾਨੂੰ ਦੱਸੇ ਹੈ, ਜਿਹੜੀ ਬਾਣੀ ਸਾਨੂੰ ਦਿੱਤੀ ਹੈ,
ਇਹ ਭਰੋਸਾ ਕਰਨ ਵਾਸਤੇ ਦਿੱਤੀ ਹੈ, ਪਰ ਗੁਰੂ ਸਾਹਿਬ ਕਹਿੰਦੇ ਇਹ ਮੇਰੀ ਬਾਣੀ ਨਹੀਂ ਹੈ। ਹਉ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਫਿਰ ਕਹਿੰਦੇ ਆ ਧੁਰ ਕੀ ਬਾਣੀ ਆਈ। ਜੇ ਮਹਾਰਾਜ ਮੇਰੀ ਬਾਣੀ ਵੀ ਕਹਿ ਦਿੰਦੇ, ਆਪਣੀ ਖੁਦ ਦੀ ਬਾਣੀ ਵੀ ਕਹਿ ਦਿੰਦੇ, ਸਾਨੂੰ ਕੋਈ ਸ਼ੱਕ ਨਹੀਂ ਸੀ ਹੋਣਾ, ਕਿਉਂਕਿ ਸਾਡੇ ਲਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਸਾਡੇ ਲਈ ਦੋਵੇਂ ਇੱਕ ਸਰੂਪ ਨੇ, ਪਰ ਫਿਰ ਵੀ ਉਹਨਾਂ ਨੇ ਮੋਹਰ ਲਾਈ ਆ ਕਿ ਬਾਣੀ ਅਕਾਲ ਦੀ ਹੈ। ਅਸੀਂ ਤੁਹਾਨੂੰ ਇਹਨੂੰ ਦ੍ਰਿੜਾਉਣ ਲਈ ਕਹਿ ਰਹੇ ਹਾਂ ਕਿ ਇਹਨੂੰ ਦ੍ਰਿੜ ਕਰ ਲਓ, ਇਸ ਬਾਣੀ ਤੇ ਭਰੋਸਾ ਕਰ ਲਓ, ਕਿਉਂਕਿ ਇਹ ਬਾਣੀ ਅਕਾਲ ਦੀ ਬਾਣੀ ਹੈ ਤੇ ਜਿਸ ਦੇਸ਼ ਦੀ ਬਾਣੀ ਆ ਉਸ ਦੇਸ਼ ਵਿੱਚ ਲੈ ਜਾਏਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸੱਚਖੰਡ ਦੀ ਬਾਣੀ ਹੈ ਤੇ ਸੱਚਖੰਡ ਵਿੱਚ ਲੈ ਜਾਂਦੀ, ਪਰ ਇਸ ਬਾਣੀ ਤੇ ਦ੍ਰਿੜ ਨਿਸ਼ਚਾ। ਇਸ ਲਈ ਆਓ, ਜੋ ਅੱਜ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਨੂੰ ਗੁਰਵਾਕ ਬਖਸ਼ਿਆ, ਨਿਸ਼ਚੇ ਨਾਲ ਉਹਨਾਂ ਵਾਕਾਂ ਨੂੰ ਸਰਵਣ ਕਰੀਏ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ। ਮਹਾਰਾਜ ਇਹਨਾਂ ਪਾਵਨ ਗੁਰਵਾਕਾਂ ਨੂੰ ਹਿਰਦੇ ਵਿੱਚ ਵਸਾਉਣ ਲਈ ਤਾਕਤ ਬਖਸ਼ੋ, ਸਮਰੱਥਾ ਬਖਸ਼ੋ। ਰਸਨਾ ਨੂੰ ਪਵਿੱਤਰ ਕਰਨ ਲਈ ਸਾਰੇ ਹੀ ਮਿਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੇ ਮਹਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਟੋਡੀ ਰਾਗ ਦੇ ਵਿੱਚ ਸਾਹਿਬਾਂ ਦੇ ਪਾਵਨ ਪੰਨਾ 711 ਉੱਤੇ ਅੱਜ ਦੇ ਪਾਵਨ ਗੁਰਵਾਕ ਬਖਸ਼ਿਸ਼ ਕਰ ਰਹੇ ਹੈ। ਕੈਸਾ ਸੱਚੇ ਪਾਤਸ਼ਾਹ ਜੀ ਨੇ ਰਮਜ ਵਾਲਾ ਬਚਨ ਆਪ ਜੀ ਨੇ ਸਰਵਣ ਕੀਤਾ ਹੈ। ਹਰ ਬਿਸਰਤ ਸਦਾ ਖੁਆਰੀ। ਜਦੋਂ ਪਰਮੇਸ਼ਰ ਵਿਸਰ ਜਾਂਦਾ ਉਦੋਂ ਖੁਆਰੀ ਹੁੰਦੀ ਹੈ, ਉਦੋਂ ਦੁੱਖ ਲੱਗਦੇ ਆ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਰੱਬ ਭੁੱਲ ਜਾਂਦਾ ਹੈ ਉਦੋਂ ਖੁਆਰੀਆਂ ਹੁੰਦੀਆਂ, ਉਦੋਂ ਦੁੱਖ ਲੱਗਦੇ ਆ, ਉਦੋਂ ਭੜਕਣਾ ਹੁੰਦੀ ਹੈ। ਹੁਣ ਇੱਥੇ ਸਵਾਲ ਉੱਠਦਾ ਹੈ ਕਿ ਜਿਹੜੇ 24 ਘੰਟੇ ਹਮੇਸ਼ਾ ਸਿਮਰਨ ਕਰਦੇ ਰਹਿੰਦੇ ਆ, ਬੰਦਗੀ ਕਰਦੇ ਰਹਿੰਦੇ ਆ, ਜਾਂ ਜਿਨ੍ਹਾਂ ਦਾ ਧਿਆਨ 24 ਘੰਟਿਆਂ ਦੇ ਵਿੱਚੋਂ 10 ਘੰਟੇ 15 ਘੰਟੇ ਗੁਰਬਾਣੀ ਨਾਲ ਲੰਘਦਾ ਹੈ, ਜਿਹੜੇ ਗੁਰੂ ਦੀ ਗੋਦ ਵਿੱਚ ਹੀ ਰਹਿੰਦੇ ਆ, ਗੁਰੂ ਦੇ ਵਜ਼ੀਰ ਹੈ, ਜਿਨ੍ਹਾਂ ਦੀ ਕਿਰਤ ਵਿਰਤੀ ਇਹ ਹੈ, ਉਹਨਾਂ ਨੂੰ ਦੁੱਖ ਨਹੀਂ ਹੁੰਦੇ, ਉਹਨਾਂ ਨੂੰ ਖੁਆਰੀਆਂ ਨਹੀਂ ਹੁੰਦੀਆਂ। ਸਵਾਲ ਉੱਠ ਜਾਂਦਾ ਹੈ ਨਾ, ਉਹ ਤਾਂ ਰੱਬ ਨੂੰ ਭੁੱਲਦੇ ਹੀ ਨਹੀਂ। ਜਿਨ੍ਹਾਂ ਨੇ ਰਹਿਣਾ ਰੱਬ ਦੇ ਕੋਲ ਆ, ਉਹਨਾਂ ਨੂੰ ਦੁੱਖ ਕਿਉਂ ਹੁੰਦੇ ਆ? ਫਿਰ ਸਾਧ ਸੰਗਤ ਜੀ, ਦੁੱਖ ਤਦੇ ਜਾਂ ਵਿਸਰ ਜਾਵੇ। ਜਦੋਂ ਰੱਬ ਭੁੱਲਦਾ ਉਦੋਂ ਦੁੱਖ ਹੈ। ਇਸ ਗੱਲ ਨੂੰ ਥੋੜਾ ਜਿਹਾ ਸਮਝਣਾ। ਗਰੀਬ ਨਵਾਜ ਪਾਤਸ਼ਾਹ ਨੇ ਕਲਯੁਗ ਦੀ ਉਦਾਹਰਣ ਕਲਯੁਗ ਦੱਸਿਆ ਵੀ ਕਲਯੁਗ ਕਦੋਂ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ। ਇਹ ਤਾਂ ਨਹੀਂ ਕਿਹਾ ਵੀ ਆਹ ਕਲਯੁਗ ਦਾ ਸਮਾਂ, ਇਹਨੂੰ ਤੇ ਸਮੇਂ ਨੂੰ ਬੜਾ ਪਵਿੱਤਰ ਵੀ ਦੱਸਿਆ ਮਹਾਰਾਜ ਜੀਆਂ ਨੇ, ਪਰ ਨਾਲ ਦੱਸ ਦਿੱਤਾ ਜੇ ਇਸ ਸਮੇਂ ਵਿੱਚ ਇੱਕ ਘੜੀ ਵੀ ਪਰਮੇਸ਼ਰ ਤੁਹਾਡਾ ਵਿਸਾਰਾ ਹੁੰਦਾ, ਤੁਸੀਂ ਭੁੱਲਦੇ ਹੋ ਨਾ, ਤਾਂ ਕਲਯੁਗ ਹੈ। ਤੇ ਕਲਯੁਗ ਦੀ ਨਿਸ਼ਾਨੀ ਕੀ ਹੈ? ਖੁਆਰੀ। ਰੱਬ ਨੂੰ ਚੇਤਾ ਨਹੀਂ ਆਉਣ ਦਿੰਦਾ। ਹੁਣ ਦੂਸਰਾ ਸਵਾਲ ਉੱਠਦਾ ਕਿ ਜਿਹੜੇ ਰੱਬ ਨੂੰ ਕੋਲ ਰਹਿੰਦੇ ਆ, ਜਿਨ੍ਹਾਂ ਦੀ ਕਿਰਤ ਵੀ ਪਰਮੇਸ਼ਰ ਦਾ ਨਾਮ ਹੈ, ਜਿਹੜੇ ਹਮੇਸ਼ਾ ਗੁਰੂ ਦੇ ਦਰਬਾਰ ਦੀ ਵਾਰਗਾਹ ਵਿੱਚ ਰਹਿੰਦੇ ਆ, ਉਹਨਾਂ ਨੂੰ ਦੁੱਖ ਕਿਉਂ ਹੁੰਦੇ ਆ? ਸਾਧ ਸੰਗਤ ਜੀ, ਪਹਿਲੀ ਗੱਲ ਇਹ ਹੈ ਕਿ ਜਿਹੜੇ ਗੁਰੂ ਦੀ ਨਜ਼ਰ ਵਿੱਚ ਰਹਿੰਦੇ ਆ ਉਹਨਾਂ ਨੂੰ ਦੁੱਖ ਨਹੀਂ ਹੁੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਗੁਰੂ ਦੀ ਨਜ਼ਰ ਹੈ ਉੱਥੇ ਦੁੱਖ ਹੈ ਹੀ ਨਹੀਂ। ਜਿੱਥੇ ਪਰਮੇਸ਼ਰ ਵਸਦਾ ਹੈ, ਜਿੱਥੇ ਗੁਰੂ ਦੀ ਨਜ਼ਰ ਵਸਦੀ ਹੈ, ਉੱਥੇ ਕਦੇ ਦੁੱਖ ਨਹੀਂ ਹੋ ਸਕਦਾ, ਕਿਉਂਕਿ ਗੁਰੂ ਦੀ ਨਜ਼ਰ ਕਿਰਪਾ ਕਟਾਕਸ਼ ਅਵਲੋਕਨ ਕੀਨੋ ਦਾਸ ਕਾ ਦੂਖ। ਉਹਨਾਂ ਦੀ ਨਜ਼ਰ ਹੀ ਐਸੀ ਕਟਾਕਸ਼ ਵਾਲੀ ਹੈ, ਦੁੱਖ ਕੱਟ ਦਿੰਦੀ ਹੈ। ਪਰਮੇਸ਼ਰ ਦੀ ਤਾਂ ਨਜ਼ਰ ਐਸੀ ਹੈ। ਫਿਰ ਦੁੱਖ ਜਿਹੜਾ ਸਾਨੂੰ ਲੱਗਦਾ ਹੈ ਕਿ ਜਿਹੜੇ ਮਹਾਰਾਜ ਦੀ ਗੋਦ ਵਿੱਚ ਰਹਿਣ ਵਾਲੇ, ਉਹਨਾਂ ਨੂੰ ਦੁੱਖ ਕਿਉਂ? ਉਹਨਾਂ ਨੂੰ ਦੁੱਖ ਨਹੀਂ ਹੈ।
ਉਹ ਸਿਰਫ ਕਰਮ ਭੋਗ ਹੈ। ਦੁੱਖ ਕਿੱਥੇ ਹੈ? ਜੇ ਦੁੱਖ ਹੁੰਦਾ ਤੇ ਭਗਤ ਨਾਮਦੇਵ ਜੀ ਪ੍ਰਸ਼ਾਦੇ ਪਕਾ ਰਹੇ ਹੈ, ਤੇ ਪ੍ਰਸ਼ਾਦੇ ਪੱਕਦਿਆਂ ਦੇ ਵਿੱਚ ਕੁੱਕਰ ਆਉਂਦਾ, ਪ੍ਰਸ਼ਾਦਾ ਚੁੱਕ ਕੇ ਲੈ ਜਾਂਦਾ, ਕੁੱਤਾ ਆਉਂਦਾ ਪ੍ਰਸ਼ਾਦਾ ਚੁੱਕ ਕੇ ਲੈ ਜਾਂਦਾ। ਭਗਤ ਜੀ ਮਗਰ ਘਿਓ ਦਾ ਬਾਟਾ ਲੈ ਕੇ ਤੁਰੇ ਜਾਂਦੇ ਆ, ਪਰਮੇਸ਼ਰ ਜੀ ਸੁੱਕਾ ਨਾ ਖਾਇਓ, ਮੈਂ ਚੋਪੜ ਕੇ ਮੈਨੂੰ ਦਿੱਤੇ ਆ, ਤੁਸੀਂ ਵੀ ਚੋਪੜ ਕੇ ਖਾਇਓ। ਮਗਰ ਤੁਰੇ ਜਾਂਦੇ ਆ ਜੰਗਲ ਵਿੱਚ, ਅੱਗੇ ਅੱਗੇ ਕੁੱਤਾ, ਕੁੱਤੇ ਨੂੰ ਡਰ ਹੈ ਮੈਨੂੰ ਡੰਡਾ ਮਾਰਨ ਆ ਰਹੇ ਆ, ਪਰ ਭਗਤ ਜੀ ਨੂੰ ਇਹ ਆ ਵੀ ਸੁੱਕੀ ਨਾ ਖਾ ਜਾਵੇ। ਤੁਰੇ ਗਏ, ਅੱਗੇ ਜਾ ਕੇ ਕੁੱਤਾ ਅਲੋਪ ਹੋ ਗਿਆ, ਪਰਮੇਸ਼ਰ ਪ੍ਰਗਟ ਹੋ ਗਏ। ਭਗਤ ਜੀ ਨੂੰ ਕਹਿਣ ਲੱਗੇ, ਨਾਮਦੇਵ ਆ ਕੀ ਕੀਤਾ ਤੂੰ? ਮੇਰੀ ਅਵਸਥਾ ਕੁੱਤੇ ਨਾਲ ਮਿਲਾ ਦਿੱਤੀ ਆ। ਕਹਿਣ ਲੱਗੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਮੈਨੂੰ ਸਾਰਿਆਂ ਤੁਸੀਂ ਦਿਸਦੇ ਹੋ। ਉੱਥੇ ਫਿਰ ਦੱਸੋ ਹੁਣ ਦੁੱਖ, ਉੱਥੇ ਭਰਮ ਕੀ ਹੈ? ਦੁੱਖ ਆ ਗਿਆ, ਭਗਤ ਨਾਮਦੇਵ ਜੀ ਨੂੰ ਹਾਥੀ ਦੇ ਅੱਗੇ ਮਾਰਨ ਲਈ ਰੱਖ ਦਿੱਤਾ। ਹਾਥੀ ਨੂੰ ਕਹਿ ਦਿੱਤਾ, ਮਸਤ ਹੋਇਆ ਹਾਥੀ, ਕਿ ਇਹਨੂੰ ਮਾਰ ਦੇ। ਸ਼ਰਾਬ ਪੀਤੀ ਹੋਈ ਹਾਥੀ ਨੇ ਤੇ ਉਹਨੂੰ ਮਾਰਨ ਵਾਸਤੇ ਰੱਖਿਆ ਹੋਇਆ। ਫਿਰ ਵੀ ਭਗਤ ਜੀ ਕਹਿ ਰਹੇ ਆ, ਆਓ ਕਲੰਦਰ ਕੇਸਵਾ। ਉੱਥੇ ਸਾਹਮਣੇ ਹਾਥੀ ਮਾਰਨ ਵਾਸਤੇ ਰੱਖਿਆ, ਉਹ ਦੁੱਖ ਨਹੀਂ ਹੈ। ਸਾਨੂੰ ਮੌਤ ਦਿਸਦੀ ਹੋਵੇ, ਸਾਨੂੰ ਰੱਬ ਕਿੱਦਾਂ ਚੇਤਾ ਆ ਜਾਊਗਾ? ਹੋਰ ਹੀ ਰਿਸ਼ਤੇਦਾਰ ਸਾਕ ਸੰਬੰਧੀ ਚੇਤਾ ਆਈ ਜਾਂਦੇ ਆ, ਰੱਬ ਚੇਤਾ ਨਹੀਂ ਆਉਂਦਾ। ਜੇ ਆਉਂਦਾ ਉਹ ਵੀ ਮਕਸਦ ਕਰਕੇ ਆਉਂਦਾ ਹੈ, ਪ੍ਰੇਮ ਭਾਵ ਚ ਨਹੀਂ ਆਉਂਦਾ। ਤੇ ਦੁੱਖ ਆਇਆ ਭਗਤਾਂ ਤੇ। ਕਬੀਰ ਸਾਹਿਬ ਜੀ ਨੂੰ ਬੰਨ ਕੇ ਗੰਗਾ ਵਿੱਚ ਰੋੜਿਆ, ਤੇ ਕਬੀਰ ਜੀ ਨੇ ਪ੍ਰੇਮ ਦੇ ਨਾਲ ਕਹਿ ਦਿੱਤਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਪਾਣੀ ਦੇ ਉੱਤੇ ਤਾਰ ਦਿੱਤਾ। ਨਾਮਦੇਵ ਜੀ ਨੂੰ ਪਿਤਾ ਨੇ ਕਿਹਾ, ਭੋਗ ਲਵਾਈ, ਭੋਗ ਲੱਗਿਆ ਨਹੀਂ। ਬੜੀ ਚਿੰਤਾ ਪੈ ਗਈ ਵੀ ਇਹ ਕੀ ਗੱਲ ਬਣ ਗਈ, ਜੇ ਭੋਗ ਨਾ ਲੱਗਿਆ ਮੇਰਾ ਪਿਤਾ ਮੈਨੂੰ ਕੁੱਟੇਗਾ ਆ ਕੇ। ਕਹਿ ਦਿੱਤਾ ਨਾ, ਸੋਇਨ ਕਟੋਰੀ ਅੰਮ੍ਰਿਤ ਭਰੀ ਲੈ, ਨਾ ਮੈਂ ਹਰਾਗੈ ਧਰੀ, दूध की पियो गोबिंदे राय, दूध पियो मेरो मन पति आए, नाही ਤਾਂ ਘਰ ਕੋ ਬਾਪ ਰਿਸਾਏ। ਨਹੀਂ ਤਾਂ ਮੈਨੂੰ ਕੁੱਟ ਪੈਣੀ। ਪਰਮੇਸ਼ਰ ਜੀ ਦੁੱਧ ਪੀ ਲਓ ਮਹਾਰਾਜ। ਕੀ ਕਮੀ ਹੈ? ਸੋਨੇ ਦੀ ਕਟੋਰੀ ਹੈ, ਚੰਗੀ ਗਾਈ ਦਾ ਦੁੱਧ ਲਿਆਣ ਕੇ ਵਿੱਚ ਪਾਇਆ। ਮੈਂ ਆਪ ਖੁਦ ਇਸ਼ਨਾਨ ਪਾਣੀ ਕਰਕੇ ਸਾਰੀ ਕਿਰਿਆ ਸੰਬੰਧ ਸੁੱਚੀ ਕਰਕੇ ਆਇਆ। ਮਹਾਰਾਜ ਕੀ ਕਮੀ ਰਹਿ ਗਈ ਹੈ? ਛਕ ਲਓ ਮਹਾਰਾਜ ਜੀ। ਜੇ ਨਾ ਛਕਿਆ ਪਿਤਾ ਤੋਂ ਮਾਰ ਪਵੇਗੀ। ਵੇਖੋ, ਹਰ ਬਿਸਰਤ ਸਦਾ ਖੁਆਰੀ ਹੈ। ਜੇ ਬਿਸਰਿਆ ਸੀ ਤਾਂ ਖੁਆਰੀ ਹੈ, ਜੇ ਨਹੀਂ ਬਿਸਰਿਆ ਉਹਨੂੰ ਪੱਥਰ ਵਿੱਚੋਂ ਵੀ ਰੱਬ ਮਿਲ ਗਿਆ। ਕੋਈ ਖੁਆਰੀ ਤਾਂ ਨਹੀਂ ਨਾ ਉੱਥੇ, ਕੋਈ ਦੁੱਖ ਨਹੀਂ। ਜਦੋਂ ਭਾਵਨਾ ਦੁੱਖ ਦੇ ਵਿੱਚ ਤੇ ਸੁੱਖ ਦੇ ਵਿੱਚ ਸਮ ਹੁੰਦੀ ਹੈ, ਉੱਥੇ ਪਰਮੇਸ਼ਰ ਵਰਤਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਦੁੱਖ ਸੁੱਖ ਦੇ ਵਿੱਚ ਹੀ ਬੜਾ ਫਰਕ ਪੈ ਗਿਆ। ਜੇ ਕੋਈ ਸੁੱਖ ਮਿਲਦਾ ਮੈਂ ਲਿਆ, ਜੇ ਕੋਈ ਦੁੱਖ ਮਿਲਦਾ ਪਰਮੇਸ਼ਰ ਨੇ ਦਿੱਤਾ ਜੀ। ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ। ਜੇ ਤੂੰ ਏਦਾਂ ਇਹਨਾਂ ਸ਼ਬਦਾਂ ਨੂੰ ਬਦਲ ਕੇ ਕਹਿ ਦੇ ਵੀ ਜਿਸ ਤਰ੍ਹਾਂ ਪਰਮੇਸ਼ਰ ਨੂੰ ਮਨਜ਼ੂਰ ਆ ਉਦਾਂ ਹੀ ਹੋਵੇ, ਤੇ ਕੀ ਫਰਕ ਆ? ਇੱਕ ਪੁਰਾਤਨ ਲਿਖਤਾਂ ਦੇ ਵਿੱਚ ਸਾਖੀ ਮਿਲਦੀ ਹੈ ਕਿ ਕਿਸੇ ਬੀਬੀ ਦੇ ਘਰ ਬੱਚੇ ਨੇ ਜਨਮ ਲਿਆ। ਉਹ ਦੋ ਧੜ ਇੱਕ ਸਰੀਰ ਨੂੰ ਲੱਗੇ ਹੋਏ ਆ। ਹੁਣ ਅੱਜ ਤਾਂ ਜੇ ਪਹਿਲੋਂ ਇਹ ਬਚਨ ਸੁਣਾਉਂਦੇ ਤਾਂ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਹੋ ਹੀ ਨਹੀਂ ਸਕਦਾ, ਇਹ ਕਥਾਨਕ ਕਥਾ ਜਿਹੜੀ ਹੈ ਇਹ ਘਟਨਾ ਕਾਲਪਨਿਕ ਹੈ। ਪਰ ਅੱਜ ਦੇ ਸਮੇਂ ਵਿੱਚ ਵੀ ਕਿਤੇ ਕਿਤੇ ਐਸੇ ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਦੇ ਦੋ ਦੋ ਧੜ ਲੱਗੇ ਹੋਏ ਆ। ਸਰੀਰ ਇੱਕੋ ਹੀ ਹੈ, ਧੜ ਦੋ ਨੇ। ਤੋਂ ਪੁਰਾਣੇ ਸਮੇਂ ਵਿੱਚ ਕਿਸੇ ਵੇਲੇ ਇੱਕ ਬੱਚੇ ਨੇ ਜਨਮ ਲਿਆ, ਉਹਦੇ ਦੋ ਧੜ ਲੱਗੇ ਹੋਏ ਆ। ਇੱਕ ਇਧਰਲੇ ਪਾਸੇ ਮੂੰਹ ਲੱਗਿਆ, ਇੱਕ ਇਧਰਲੇ ਪਾਸੇ ਮੂੰਹ ਲੱਗਿਆ। ਤੇ ਜਿਹੜਾ ਇਧਰਲੇ ਪਾਸੇ ਮੂੰਹ ਲੱਗਿਆ ਉਹਦੀ ਭਾਵਨਾ ਗੁਰਮੁਖਤਾਈ ਵਾਲੀ ਹੈ। ਇੱਕੋ ਸਰੀਰ ਨੂੰ ਦੋ ਧੜ। ਜਿਹੜਾ ਇਧਰਲੇ ਪਾਸੇ ਮੂੰਹ ਲੱਗਿਆ ਉਹਦੀ ਮਨਮੁਖਤਾਈ ਵਾਲੀ ਹੈ। ਜਿਹੜਾ ਮਨਮੁਖ ਹੈ ਉਹ ਹਮੇਸ਼ਾ ਇੱਕੋ ਹੀ ਗੱਲ ਕਹਿੰਦਾ, ਰੱਬ ਨੂੰ ਪਤਾ ਨਹੀਂ ਸਾਡੇ ਨਾਲ ਕੀ ਵਿਰੋਧ ਸੀ, ਕੀ ਵੈਰ ਸੀ। ਸਾਨੂੰ ਦੋ ਸਰੀਰ ਲਾ ਦਿੱਤੇ, ਜੇ ਵੱਖਰੇ ਵੱਖਰੇ ਲਾ ਦਿੰਦਾ ਲੱਤਾਂ ਤੇ ਕੀ ਘਸ ਚੱਲਿਆ ਸੀ ਪਰਮੇਸ਼ਰ ਦਾ। ਲਾਮੇ ਹਰ ਵੇਲੇ ਲਾਮਾ। ਰੱਬ ਨੇ ਸਾਡੇ ਨਾਲ ਮਾੜਾ ਕੀਤਾ, ਪਤਾ ਨਹੀਂ ਅਸੀਂ ਕੀ ਮਾੜਾ ਕਰਤਾ, ਰੱਬ ਪਤਾ ਨਹੀਂ ਕਿਉਂ ਸਾਡੇ ਨਾਲ ਐਵੇਂ ਕਰ ਗਿਆ। ਹਰ ਵੇਲੇ ਲਾਮਾ। ਜਿਹੜਾ ਦੂਜਾ ਗੁਰਮੁਖ ਵਿਅਕਤੀ ਵਾਲਾ ਉਹ ਕਹਿੰਦਾ, ਨਾ ਭਾਈ ਕਿਉਂ ਐਵੇਂ ਸੋਚਦਾ? ਜੋ ਪਰਮੇਸ਼ਰ ਨੂੰ ਮਨਜ਼ੂਰ ਹੈ ਉਹਦੇ ਵਿੱਚ ਰਾਜੀ ਰਹੋ, ਸ਼ੁਕਰ ਕਰ ਸਾਨੂੰ
ਭੋਜਨ ਛਕਣ ਨੂੰ, ਹੱਥ ਚੱਲਣ ਨੂੰ, ਹੱਥ ਪੈਰ ਤੇ ਹੈ ਨੇ, ਉਹਨਾਂ ਦੇ ਵੇਖ ਕਿੰਜਨਾਂ ਨੂੰ ਨਹੀਂ ਹੈ। ਅਸੀਂ ਬੋਲ ਸਕਦੇ ਹਾਂ, ਸੁਣ ਸਕਦੇ ਹਾਂ, ਵੇਖ ਸਕਦੇ ਹਾਂ, ਚੱਲ ਸਕਦੇ ਹਾਂ, ਫਿਰ ਕੀ ਹੈ ਜੇ ਸਰੀਰ ਦੋ ਨੇ। ਲਾਮਾ ਨਾ ਦੇ ਰੱਬ ਨੂੰ, ਇਹ ਰੱਬ ਦਾ ਕਸੂਰ ਨਹੀਂ, ਸਾਡੇ ਕਰਮਾਂ ਦਾ। ਕਰਮੀ ਆਪੋ ਆਪਣੀ, ਇਹ ਚ ਕੋਈ ਫਰਕ ਨਹੀਂ ਹੈ। ਉਹ ਤੇ ਲੇਖਾ ਵਾਚਿਆ ਜਾ ਰਿਹਾ, ਦਰ ਲਏ ਲੇਖਾ ਪੀੜ ਛੁੱਟਾ, ਨਾਨਕਾ ਜਿਉ ਤੇਲ। ਉਹ ਲੇਖਾ ਏਦਾਂ ਹੈ ਜਿਵੇਂ ਤੇਲ ਕੋਲੂ ਚ ਪੀੜਦੇ ਆ ਨਾ, ਉਦਾਂ ਲੇਖਾ ਲਿੱਤਾ ਜਾਂਦਾ। ਤੇ ਕਿਉਂ ਤੂੰ ਭਰਮ ਕਰਦਾ? ਨਹੀਂ, ਲਾਮੇ ਉਹ ਐਸੀ ਕਲਾ ਵਰਤੀ ਥੋੜੇ ਚਿਰਾਂ ਮਗਰੋਂ, ਜਿਹੜਾ ਗੁਰਮੁਖ ਬਿਰਤੀ ਵਾਲਾ ਸੀ ਉਹਦੇ ਸਵਾਸ ਨਿਕਲ ਗਏ, ਸਵਾਸ ਨਿਕਲ ਗਏ। ਉਹ ਸਰੀਰ ਨੂੰ ਹੁਣ ਸੰਸਕਾਰ ਵੀ ਨਹੀਂ ਕਰ ਸਕਦੇ, ਦੂਜਾ ਤੇ ਜਿਉਂਦਾ ਹੈ ਨਾ, ਤੇ ਹੁਣ ਉਹਨੂੰ ਰੱਖ ਵੀ ਨਹੀਂ ਸਕਦੇ। ਮੁਸ਼ਕ ਮਾਰਨ ਲੱਗ ਪਈ, ਬੁਰੀ ਹਾਲਤ ਹੋ ਗਈ। ਜਿਹੜੇ ਘਰ ਵਿੱਚ ਰਹਿੰਦਾ ਸੀ ਉਹਨਾਂ ਵੀ ਤੋਰਤਾ, ਇਹਨੂੰ ਤਾਂ ਬੜੀ ਬੁਰੀ ਹਾਲਤ ਹੋ ਗਈ ਜੀ, ਇਹਨੂੰ ਹੁਣ ਕਿੱਦਾਂ ਕਰੀਏ? ਰੋਟੀ ਪਾਇਆ ਕਰਾਂਗੇ, ਪਾਸੇ ਬਾਹਰ ਬਹਾ ਦਿੱਤਾ, ਬਹੁਤ ਔਖਾ ਹੋ ਗਿਆ। ਸਰੀਰ ਦੇ ਵਿੱਚੋਂ ਮੁਸ਼ਕ ਪੈ ਗਈ, ਪਾਕ ਵਗਣ ਲੱਗ ਗਈ, ਕੀੜੇ ਪੈ ਗਏ, ਬੁਰੀ ਹਾਲਤ ਹੋ ਗਈ ਦੂਸਰੇ ਸਰੀਰ ਦੀ। ਆਪਾਂ ਵੇਖਦੇ ਹੀ ਆ, ਇੱਕ ਦਿਨ ਨਹੀਂ ਰੱਖ ਸਕਦੇ ਸਰੀਰ ਨੂੰ, ਮ੍ਰਿਤਕ ਨੂੰ। ਉਹ ਐਸੀ ਹਾਲਤ, ਪਰ ਉਹ ਮਨਮੁਖ ਜਿਉਂਦਾ ਪਿਆ। ਇੰਨੇ ਦਿਨ ਨਰਕ ਵਾਲੀ ਜ਼ਿੰਦਗੀ ਬਤੀਤ ਕਰ ਕਰਕੇ ਹਾਰ ਕੇ ਉਹਨੂੰ ਸਰੀਰ ਤਿਆਗਣਾ ਪਿਆ, ਪਰ ਓਨੀ ਦੇਰ ਉਹਨੂੰ ਉਹ ਭਾਰ ਨਾਲ ਚੁੱਕਣਾ ਪਿਆ। ਕੀ ਹੈ? ਬਿਸਰਤ ਸਦਾ ਖੁਆਰੀ। ਇਹ ਹੈ ਖੁਆਰੀ। ਜੇ ਸੁਖੀ ਗੁਰੂ ਦੇ ਸ਼ੁਕਰਾਨਾ ਕਰਕੇ ਜੀਵਨ ਬਤੀਤ ਕਰਾਂਗੇ ਤੇ ਸੁਖੀ ਸੁਖੀ ਜੀਵਨ ਸੁਖ ਰਹੇਗਾ, ਤੇ ਜੇ ਲਾਮੇ ਦੇਵਾਂਗੇ ਤੇ ਫਿਰ ਮੋਢਿਆਂ ਤੇ ਭਾਰ ਤਾਂ ਚੁੱਕਿਆ ਹੀ ਹੋਇਆ, ਚੁੱਕਿਆ ਹੋਇਆ ਭਾਰ। ਤੇ ਦੁਖੀ ਰੋਂਦੇ ਕੁਰਲਾਉਂਦੇ ਕਰੀ ਚੱਲੀਏ, ਚੱਲੀ ਜਾ ਰਿਹਾ ਸਿਸਟਮ। ਇਸ ਕਰਕੇ ਸੱਚੇ ਪਾਤਸ਼ਾਹ ਨੇ ਬਿਸਰਤ ਦੀ ਖੁਆਰੀ ਦੱਸੀ ਹੈ। ਪਰ ਜਿਹੜੇ ਗੁਰਮੁਖ ਹੁੰਦੇ ਆ, ਗੁਰਮੁਖ ਰੋਮ ਰੋਮ ਹਰ ਧਿਆਵਾ ਹੈ। ਗੁਰਮੁਖਾਂ ਦਾ ਰੋਮ ਰੋਮ ਜਪਣ ਲੱਗ ਪੈਂਦਾ। ਬਹੁਤ ਔਖੀ ਅਵਸਥਾ ਹੈ। ਇਸੇ ਕਰਕੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਰੋਮ ਗੁਰਮੁਖ ਦੀ ਅਵਸਥਾ ਸਾਧ ਸੰਗਤ ਜੀ ਬਹੁਤ ਔਖੀ ਹੈ, ਬਹੁਤ ਜ਼ਿਆਦਾ ਲੰਬੀ ਮੰਜ਼ਲ ਹੈ। ਜਦੋਂ ਆਪਾਂ ਗੁਰਮੁਖ ਦੇ ਭਾਣੇ ਵਿੱਚ ਪਹੁੰਚਣਾ, ਅਜੇ ਤੇ ਉਹ ਰਸਤੇ ਦੇ ਅਸੀਂ ਪਾਂਧੀ ਹਾਂ, ਤੇ ਪਾਂਧੀ ਹਾਂ, ਰਸਤੇ ਤੇ ਜਾ ਰਹੇ ਹਾਂ। ਅਜੇ ਮੰਜ਼ਿਲ ਤੈਅ ਹੋ ਰਹੀ ਹੈ, ਕੋਈ ਪਤਾ ਨਹੀਂ ਕਦੋਂ ਮੰਜ਼ਿਲ ਤੈਅ ਹੋਣੀ ਹੈ। 1 ਜਨਮ ਲੱਗ ਜੇ, 2 ਜਨਮ ਲੱਗ ਜੇ, ਕੀ ਲੱਗਦਾ? ਕੀ ਭੁਲੇਖਾ ਮਨ ਦਾ? ਕਿਤੇ ਅੱਜ ਹੀ ਮੰਜ਼ਿਲ ਮਿਲ ਜਾਣੀ ਹੈ? ਨਹੀਂ, ਮੰਜ਼ਿਲ ਉਹਨਾਂ ਨੂੰ ਮਿਲਦੀ ਹੈ ਜਿਹੜੇ ਜਨਮ ਲੈਂਦਿਆਂ ਹੀ ਉਸ ਘਰ ਵਿੱਚ ਆਉਂਦੇ ਆ ਜਿੱਥੇ 24 ਘੰਟੇ ਵਾਹਿਗੁਰੂ ਵਾਹਿਗੁਰੂ ਹੁੰਦੀ ਹੈ। ਮੰਜ਼ਿਲ ਉਸ ਘਰ ਵਿੱਚ ਹੈ ਜਿਸ ਮਾਤਾ ਨੇ ਪੁੱਤਰ ਨੂੰ ਕੁੱਖ ਵਿੱਚ ਜਨਮ ਦੇਣ ਤੋਂ ਪਹਿਲਾਂ ਸਹਿਜ ਪਾਠ ਕੀਤਾ ਹੁੰਦਾ ਹੈ, ਉਹ ਮੰਜ਼ਿਲ ਹੈ। ਜਿਹੜੇ ਜਪਦਿਆਂ ਹੀ ਜੀਵਨ ਲੈਂਦੇ ਆ, ਜਪਦਿਆਂ ਹੀ ਜੀਵਨ ਬਤੀਤ ਕਰਦੇ ਆ, ਤੇ ਜਪਦਿਆਂ ਹੀ ਜਾਂਦੇ ਆ, ਉਹ ਮੰਜ਼ਿਲ ਵਾਲੇ ਆ। ਸਾਡੀ ਤਾਂ ਰਾਹ ਚੱਲ ਰਿਹਾ, ਪਰ ਜੇ ਅੱਜ ਚੱਲਾਂਗੇ, ਕਦੀ ਪਹੁੰਚਣ ਵਾਸਤੇ ਵੀ ਪਰਮੇਸ਼ਰ ਕਰਨਗੇ ਕਿਰਪਾ। ਜੇ ਇਹੀ ਸੋਚ ਲਾਂਗੇ ਸਾਰੀ ਦੁਨੀਆ ਕਰੀ ਜਾਂਦੀ ਹੈ ਜੀ, ਫਿਰ ਕੀ ਹੈ? ਤੇ ਫਿਰ ਵੇਖੋ ਭਾਰਤ ਚੁੱਕ ਕੇ ਪਹਿਲਾਂ ਹੀ ਉਦਾਹਰਨ ਦੇ ਦਿੱਤੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਜਿੰਨੀਆਂ ਖੁਆਰੀਆਂ ਨੇ ਉਹ ਹਰੀ ਦੇ ਬਿਸਰਨ ਨਾਲ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਜਿੰਨਾ ਕੁਝ ਵੀ ਹੋਰ ਪਰਮੇਸ਼ਰ ਤੋਂ ਲੈਣਾ ਸਭ ਦੁੱਖਾਂ ਵਾਲਾ ਹੈ, ਕਿਉਂਕਿ ਸਭ ਦੇ ਵਿੱਚੋਂ ਖੁਆਰੀ ਹੈ। ਦੁਨੀਆ ਦੀਆਂ ਚੀਜ਼ਾਂ ਅਸੀਂ ਮੰਗਣੀਆਂ ਪਰਮੇਸ਼ਰ ਤੋਂ ਬਿਨਾ, ਤੇ ਦੁਨੀਆ ਖੁਦ ਹੀ ਨਾਸ਼ ਹੋਣ ਵਾਲੀ ਹੈ, ਤੇ ਦੁਨੀਆ ਦੀਆਂ ਚੀਜ਼ਾਂ ਕਿੱਥੋਂ ਰਹਿ ਜਾਣਗੀਆਂ? ਜਿਹੜੇ ਅਸੀਂ ਦੁਨੀਆ ਵਿੱਚ ਜਨਮ ਲੈ ਕੇ ਆਏ ਆ, ਜਿਉਂਦੇ ਤੇ ਅਸੀਂ ਨਹੀਂ ਰਹਿਣਾ, ਤੇ ਫਿਰ ਖੁਆਰੀ ਹੈ ਨਾ। ਤੇ ਸੱਚੇ ਪਾਤਸ਼ਾਹ ਕਹਿੰਦੇ ਹਰ ਬਿਸਰਤ ਸਦਾ ਖੁਆਰੀ। ਜਿਹੜੇ ਗੁਰੂ ਨੂੰ ਵਿਸਾਰ ਦਿੰਦੇ ਆ ਉਹਨਾਂ ਨੂੰ ਸਦਾ ਹੀ ਖੁਆਰੀ ਰਹਿੰਦੀ ਹੈ। ਤਾਕੋ ਧੋਖ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਉਹਨਾਂ ਨੂੰ ਕਦੀ ਧੋਖਾ ਨਹੀਂ ਹੁੰਦਾ, ਉਹਨਾਂ ਨਾਲ ਕਦੇ ਵੀ ਧੋਖਾ ਨਹੀਂ ਹੁੰਦਾ ਜਿਹੜੇ ਪਰਮੇਸ਼ਰ ਦੀ ਓਟ ਲੈ ਕੇ ਰਹਿੰਦੇ ਆ, ਜਿਹੜੇ ਰੱਬ ਦਾ ਨਾਮ। ਨਾਮਦੇਵ ਜੀ ਦਾ ਕਿਸੇ ਈਰਖਾ ਦੇ ਵਸ਼ ਹੋ ਕੇ ਕਿਸੇ ਸੇਠ ਨੇ ਘਰ ਫੂਕਤਾ, ਕਿਉਂ? ਨਾਲ ਲੱਗਦਾ ਸੀ, ਨਾਲ ਲੱਗਦਾ ਘਰ ਸੀ। ਉਹਨੇ ਆਪਣੀ ਕੋਠੀ ਬਣਾਣੀ ਸੀ, ਆਂਦਾ ਵੀ ਮੈਨੂੰ ਘਰ ਦੇ ਦਿਓ। ਨਾਮਦੇਵ ਜੀ ਕਹਿੰਦੇ ਮੇਰੇ ਕੋਲ ਤੇ ਗਰੀਬ ਕੋਲ ਛੋਟੀ ਜੀ ਛਪਰੀ ਆ, ਤੇ ਮੇਰਾ ਗਰੀਬ ਦਾ ਘਰ ਟੱਟ ਗਿਆ, ਮੇਰੇ ਪੱਲੇ ਕੱਖ ਨਹੀਂ ਰਹਿਣਾ। ਮੈਂ ਯਾਤਰਾ ਕਰਕੇ ਕਿਤੇ ਤੀਰਥਾਂ ਦੇ ਆਉਣਾ, ਫੇਰ ਆ ਕੇ ਆਪਣੀ ਕੁੱਲੀ ਵਿੱਚ ਬਹਿ ਜਾਣਾ। ਸੁੱਖ ਤੇ ਹੈ ਨਾ, ਭਲੀ ਸੁਹਾਵੀ ਛਪਰੀ, ਭਾਵੇਂ ਛਪੜੀ ਹੈ ਭਲੀ ਤਾਂ ਹੈ ਨਾ, ਮੈਨੂੰ ਆਸਰਾ ਤੇ ਹੈ।
ਉਹ ਜਿਹਦੇ ਪੈ ਗਿਆ। ਨਾਮਦੇਵ ਜੀ ਮੰਨੇ ਨਾ, ਬਾਹਰ ਚਲੇ ਗਏ ਯਾਤਰਾ ਨੂੰ। ਈਰਖਾ ਵਸ ਹੋ ਕੇ ਉਹਨੇ, ਸੇਠ ਨੇ ਕਿਹਾ ਇਹ ਗਰੀਬ ਗੁਰਬਾ ਮੇਰਾ ਕੀ ਕਰ ਲੂਗਾ। ਉਹਨੇ ਘਰ ਨੂੰ ਅੱਗ ਲਾ ਦਿੱਤੀ। ਬਾਹਰ ਜੰਗਲ ਵਿੱਚ ਪਤਾ ਲੱਗਿਆ ਨਾਮਦੇਵ ਜੀ ਆਏ ਆ ਤੇ ਕਹਿਣ ਲੱਗੇ ਤੁਹਾਡੀ ਛਪਰੀ ਨੂੰ ਅੱਗ ਲਾ ਗਈ। ਗੁਆਂਢੀ ਚੰਗੇ ਸੀ, ਇਹ ਵੀ ਭਾਗਾਂ ਵਾਲੇ ਹੀ ਹੁੰਦੇ ਆ ਜਿਨ੍ਹਾਂ ਨੂੰ ਚੰਗੇ ਗੁਆਂਢੀ ਮਿਲ ਜਾਣ। ਗੁਆਂਢੀ ਚੰਗੇ ਸੀ, ਉਹਨਾਂ ਨਾਲ ਕੋਈ ਚੰਗੀਆਂ ਚੰਗੀਆਂ ਚੀਜ਼ਾਂ ਕੱਢ ਕੇ ਬਾਹਰ ਰੱਖ ਲਈਆਂ ਤੇ ਜਦੋਂ ਬਾਹਰ ਰੱਖ ਲਈਆਂ ਨਾਮਦੇਵ ਜੀ ਪਹੁੰਚੇ, ਕਹਿੰਦੇ ਆ ਤੁਹਾਡਾ ਸਮਾਨ ਬਚ ਗਿਆ, ਬਾਕੀ ਅੱਗ ਲੱਗਦੀ ਆ। ਵਹਿੰਦੇ ਪਏ ਨੇ ਸਾਹਮਣੇ ਅੱਗ ਲੱਗਦੀ ਨੂੰ, ਤੇ ਜਿਹੜਾ ਸਮਾਨ ਬਚਿਆ ਸੀ ਨਾ ਉਹ ਵੀ ਚੁੱਕ ਕੇ ਅੱਗ 'ਚ ਸੁੱਟ ਦਿੱਤਾ। ਪਰਮੇਸ਼ਰ ਇੰਨੀ ਖੁਸ਼ੀ, ਤੁਸੀਂ ਆ ਅਗਨੀ ਦਾ ਰੂਪ ਧਾਰਨ ਕਰਕੇ ਆਏ ਹੋ, ਲਓ ਜੀ ਆ ਵੀ ਲੈ ਲਓ। ਉਹ ਕਹਿਣ ਲੱਗੇ ਤੁਹਾਡਾ ਸਮਾਨ, ਉਹ ਕਹਿਣ ਲੱਗੇ ਤੁਹਾਨੂੰ ਇਹ ਅੱਗ ਦਿਸਦੀ ਆ, ਮੈਨੂੰ ਤਾਂ ਇਹਦੇ ਵਿੱਚ ਵੀ ਪਰਮੇਸ਼ਰ ਦੀ ਕਲਾ ਦਿਸਦੀ ਆ। ਆਖੋ ਸਤਨਾਮ ਸ੍ਰੀ। ਕੌਣ ਦੇ ਦਊਗਾ ਧੋਖਾ ਭਗਤਾਂ ਨੂੰ? ਕੌਣ ਦੇ ਦੂ ਧੋਖਾ? ਤੇ ਵੇਖੋ ਫਿਰ ਨਾਮਦੇਵ ਦੀ ਛਪਰੀ ਬਣਾਉਣ ਲਈ ਪਰਮੇਸ਼ਰ ਨੂੰ ਆਉਣਾ ਪਿਆ। ਰਾਤੋਂ ਰਾਤ ਛਪਰੀ ਬਣਾ ਦਿੱਤੀ। ਇਹ ਵੀ ਸ਼ਬਦ ਗੁਰਬਾਣੀ ਵਿੱਚ ਹੈ। ਤੋ ਧੋਖਾ ਉੱਥੇ ਹੈ ਜਿੱਥੇ ਪਰਮੇਸ਼ਰ ਭੁੱਲਿਆ ਹੋਇਆ। ਜਿਨ੍ਹਾਂ ਨੂੰ ਭੁੱਲਿਆ ਹੀ ਨਹੀਂ ਉਹਨਾਂ ਨੂੰ ਕਦੀ ਧੋਖਾ ਨਹੀਂ। ਉਹਨਾਂ ਨੂੰ ਦੁੱਖ ਵਿੱਚ ਵੀ ਸੁੱਖ ਹੀ ਦਿਸਦਾ। ਜੋ ਭੁੱਖ ਦੇ ਤਾਂ ਤੁਝੇ ਆਰਾਧੀ, ਜੇ ਸੁਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਜੇ ਸੁਖ ਦਿੱਤਾ ਤਾਂ ਵੀ, ਜੇ ਦੁੱਖ ਦਿੱਤਾ ਤਾਂ ਹੀ। ਦੁੱਖ ਸੁੱਖ ਵਿੱਚ ਮਹਾਰਾਜ ਤੁਸੀਂ ਸਾਡੇ ਆਸਰਾ ਹੋ। ਤੋਂ ਉਹਨਾਂ ਨੂੰ ਕਦੀ ਧੋਖਾ ਨਹੀਂ ਵਿਆਪਦਾ ਜਿਹੜੇ ਪਰਮੇਸ਼ਰ ਦਾ ਆਸਰਾ ਲੈ ਕੇ, ਓਟ ਲੈ ਕੇ ਰਹਿੰਦੇ ਹਨ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਫ ਜੈਸੇ ਅਰਜਾਰੀ। ਇੱਥੇ ਹੁਣ ਗਰੀਬ ਨਵਾਜ ਪਾਤਸ਼ਾਹ ਜੀ ਜਿਹੜੀ ਖੁਆਰੀ ਹੈ, ਜਿਸ ਇਨਸਾਨ ਨੂੰ ਖੁਆਰੀ ਹੈ, ਉਹਦੀ ਅਵਸਥਾ ਦੱਸਦੇ ਆ। ਪਹਿਲੋਂ ਤੇ ਦੱਸਿਆ ਵੀ ਦੁੱਖ ਹੁੰਦਾ ਜਿਹੜਾ ਰੱਬ ਨੂੰ ਭੁੱਲ ਜਾਂਦਾ। ਹੁਣ ਦੱਸਿਆ ਵੀ ਦੁੱਖ ਕਿਹੋ ਜਿਹਾ ਹੁੰਦਾ, ਕੈਸਾ ਦੁੱਖ ਹੁੰਦਾ ਜਿਹੜੇ ਰੱਬ ਨੂੰ ਭੁਲਾਉਂਦੇ ਆ। ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾ ਸਿਮਰਨ ਤੋਂ ਜਿਹੜਾ ਜੀਵਨ ਹੈ ਉਹ ਬਲਣਾ ਹੈ, ਬਲ ਰਿਹਾ। ਬਲਦਾ ਕਿਵੇਂ ਹੈ? ਸਰਪ ਜੈਸੇ ਅਰਜਾਰੀ। ਸੱਪ ਬਹੁਤ ਲੰਬੀ ਉਮਰ ਭੋਗਦਾ ਤੇ ਸੱਪ ਦੀ ਜੂਨ ਸ਼ਾਸਤਰਕਾਰਾਂ ਨੇ ਦੱਸਿਆ ਕਿ ਜਿਹੜੇ ਗੁਰੂ ਦੀ ਤੇ ਸੰਤ ਦੀ ਨਿੰਦਿਆ ਕਰਦੇ ਆ ਉਹਨੂੰ ਸੱਪ ਦੀ ਜੂਨ ਮਿਲਦੀ ਆ। ਕਿਉਂ ਮਿਲਦੀ ਆ? ਇੱਕ ਤੇ ਉਹਦੀ ਉਮਰ ਲੰਮੀ ਬਹੁਤ ਹੁੰਦੀ ਆ, ਦੂਸਰਾ ਇਹ ਹੈ ਕਿ ਸੱਪ ਦੇ ਜਦੋਂ ਜ਼ਹਿਰ ਭਰਨ ਲੱਗ ਪੈਂਦਾ ਹੈ ਨਾ, ਉਹਦੇ ਅੰਦਰ ਅੱਗ ਬਲਣੀ ਸ਼ੁਰੂ ਹੋ ਜਾਂਦੀ ਹੈ। ਬਸ ਜ਼ਹਿਰ ਭਰੀ ਜਾਣਾ, ਉਹਦੇ ਅੰਦਰ ਅੱਗ ਬਲੀ ਜਾਣੀ ਹੈ, ਉਹਨੇ ਤੜਫਦੇ ਰਹਿਣਾ। ਜਿੰਨੀ ਉਮਰ ਤੱਕ ਉਹਨੇ ਜਿਉਣਾ ਉਨੀ ਉਮਰ ਤੱਕ ਉਹਦੀ ਜ਼ਹਿਰ ਨੇ ਉਹਨੂੰ ਅੰਦਰੋਂ ਸਾੜੀ ਜਾਣਾ, ਬਲੀ ਜਾਣਾ ਉਹਨੇ। ਤੇ ਸੱਚੇ ਪਾਤਸ਼ਾਹ ਨੇ ਉਹ ਉਦਾਹਰਣ ਦਿੱਤੀ ਹੈ। ਬਿਨ ਸਿਮਰਨ ਜੋ ਜੀਵਨ ਬਲਣਾ, ਬਿਨਾ ਸਿਮਰਨ ਤੋਂ ਜੀਵਨ ਬਲ ਰਿਹਾ ਹੈ ਤੇ ਬਲਦਾ ਹੀ ਪਿਆ। ਸਾਧ ਸੰਗਤ ਜੀ, ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋਰੇ, ਪਰ ਹੀ ਕੋ ਲੁਧੀ ਹੈ। ਪਹਿਲੋਂ ਕਹਿੰਦਾ ਮੈਂ ਲੱਖ ਜੋੜ ਲਾਂ, ਫਿਰ ਕਹਿੰਦਾ ਕਰੋੜ ਜੋੜ ਲਾਂ, ਫਿਰ ਕਹਿੰਦਾ ਹੁਣ ਅਣਗਿਣਤ ਤੇ ਆ ਜਾਵਾਂ, ਅਰਬਾਂ ਖਰਬਾਂ ਅਸੰਖ ਜੁੜੀ ਜਾਣ। ਮੁੱਕਿਆ ਇਹ ਬਾਲੀ ਰਿਹਾ, ਤੜਪੀ ਰਿਹਾ, ਮਾਇਆ ਪਿੱਛੇ ਤੜਪੀ ਜਾਂਦਾ। ਉਹ ਜਿਹੜੀ ਮਾਇਆ ਜਿਸ ਮਾਇਆ ਨੇ ਤੈਨੂੰ ਸੁੱਖ ਦੇਣੇ ਸੀ, ਦਾਨ ਕਰਨਾ ਸੀ, ਜਿਸ ਮਾਇਆ ਦੇ ਨਾਲ ਤੇਰੇ ਪੁੰਨ ਬਣਨੇ ਸੀ, ਅੱਜ ਉਹ ਮਾਇਆ ਬਿਨਾਂ ਦੰਦਾਂ ਤੋਂ ਤੈਨੂੰ ਖਾ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਿਨ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਗੁਰੂ ਸਾਹਿਬ ਨੇ, ਮੈਂ ਸਮਝਦਾ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੱਲਾ ਕੱਲਾ ਅੱਖਰ ਇੰਨੀ ਤਾਕਤ ਰੱਖਦਾ ਹੈ ਕਿ ਅਸੀਂ ਇੱਕ ਪੰਕਤੀ ਨੂੰ ਵੀ ਹਿਰਦੇ ਵਿੱਚ ਧਾਰਨ ਕਰ ਲਈਏ, ਉਹ ਪੰਕਤੀ ਵੀ ਸਾਨੂੰ ਸਾਰਾ ਜੀਵਨ ਸੁੱਖ ਦੇ ਸਕਦੀ ਹੈ। ਇੱਕੋ ਪੰਕਤੀ, ਹਾਲਾਂਕਿ 1430 ਪੰਨਾ ਹੈ, ਹਿਸਾਬ ਲਾ ਲਓ ਕਿੰਨੀਆਂ ਪੰਕਤੀਆਂ। ਇੱਕ ਪੰਨੇ ਦੇ ਉੱਤੇ 32 ਪੰਕਤੀਆਂ ਆਉਂਦੀਆਂ, ਆ ਜਿਹੜਾ ਆਪਾਂ ਲਿਖਿਆ ਹੁੰਦਾ। ਹੁਣ ਤੁਸੀਂ ਵੇਖ ਲਓ 1430 ਪੰਨੇ ਮੁਤਾਬਕ
ਜੇ ਆਪਾਂ ਇੱਕ ਪੰਕਤੀ ਨੂੰ ਲੈ ਲਈਏ ਤੇ ਜੀਵਨ ਸੁਖ ਹੋ ਜਾਂਦਾ, ਤੇ ਸਾਰੀ ਸ੍ਰਿਸ਼ਟੀ ਲਈ ਹੈ ਇਹ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਾਹ ਅਸੀਂ ਦੇ ਚੱਲੇ ਆ, ਇਹ ਸਾਰੀ ਕਾਇਨਾਤ ਵਾਸਤੇ ਹੈ। ਇਹ ਸਾਰੀ ਦੁਨੀਆ ਦਾ ਗੁਰੂ ਹੈ, ਕਲਯੁਗ ਦਾ ਗੁਰੂ ਹੈ। ਕਲਯੁਗ ਦੇ ਵਿੱਚ ਗੱਦੀ ਗੁਰੂ ਗ੍ਰੰਥ ਸਾਹਿਬ ਦੀ ਹੈ। ਇਹਦਾ ਉਦਾਹਰਣ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਆ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਸਤਜੁਗ ਵੀ ਤੁਸੀਂ ਪਰਮੇਸ਼ਰ ਮਾਣਿਆ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਤ੍ਰੇਤੇ ਵਿੱਚ ਤ੍ਰੇਤਾ ਯੁੱਗ ਬਦਲਿਆ, ਤੁਸੀਂ ਰਾਮਚੰਦਰ ਦੀ ਜੋਤ ਨੂੰ ਭੇਜ ਦਿੱਤਾ ਸੰਸਾਰ ਤੇ ਉਹਨਾਂ ਰਾਜ ਮਾਣਿਆ। ਅਵਤਾਰੀ ਵੀ ਹੋਏ ਤੇ ਪੁਰਸ਼ਾਰ ਅਧਿਆਤਮਕਤਾ ਦੇ ਵੀ ਹੋਏ। ਦੁਆਪਰ ਕ੍ਰਿਸ਼ਨ ਮੁਰਾਰ, ਦੁਆਪਰ ਵਿੱਚ ਭਗਵਾਨ ਕ੍ਰਿਸ਼ਨ ਨੂੰ ਭੇਜਿਆ। ਤੇ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਸ਼੍ਰੀ ਗੁਰ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ। ਇਹ ਗੁਰੂ ਦਾ ਜਿਹੜਾ ਰਾਜ ਆ ਨਾ, ਗੁਰੂ ਨਾਨਕ ਦੀ ਗੱਦੀ ਦਾ ਜਿਹੜਾ ਰਾਜ ਹੈ, ਇਹ ਅਬਚਲ ਹੈ। ਅਬਚਲ ਦਾ ਮਤਲਬ ਚਲਾਏਮਾਨ ਨਾ ਹੋਣ ਵਾਲਾ, ਇਹ ਬਦਲਿਆ ਨਹੀਂ ਜਾਣਾ, ਇਹ ਇਦਾਂ ਹੀ ਰਹਿਣਾ। ਤੇ ਅਟਲ ਹੈ, ਇਹ ਟਾਲਿਆ ਵੀ ਨਹੀਂ ਜਾ ਸਕਦਾ। ਇਹ ਨਹੀਂ ਵੀ ਇਹਦੀ ਜਗ੍ਹਾ ਕਿਸੇ ਹੋਰ ਨੂੰ ਬਹਾ ਦਿਆਂਗੇ। ਆ ਜਿੰਨੇ ਬਣੇ ਆ, ਜਿੰਨੇ ਗੁਰੂ ਬਣਨ ਦੀ ਕੋਸ਼ਿਸ਼ ਕੀਤੀ ਹੈ, ਵੇਖ ਲਓ ਝੜ ਗਏ ਆ ਨਾ, ਸਭ ਝਾੜ ਦਿੱਤੇ ਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਟਲ ਹੈ। ਜਿਹੜਾ ਵੀ ਇਸ ਪਾਵਨ ਵਾਕ ਨੂੰ, ਇਸ ਪਾਵਨ ਬਾਣੀ ਨੂੰ ਖੋਜਦਾ ਹੈ, ਉਹ ਵਿੱਚ ਹੀ ਸਮਾ ਜਾਂਦਾ। ਜਿਨ ਹਰ ਜਪਿਆ ਸੇ ਹਰ ਹੋਏ। ਜਿਹਨੇ ਜਪਿਆ ਉਹ ਹਰੀ ਦੇ ਵਿੱਚ ਹੀ ਸਮਾ ਗਿਆ। ਉਹਨੇ ਇਹ ਨਹੀਂ ਕਿਹਾ ਮੈਂ ਪਾ ਲਿਆ, ਕਿਉਂਕਿ ਨੇਤ ਨੇਤ ਕਥੰਤ ਵੇਦਾ, ਇਹ ਤਾਂ ਵੇਦ ਵੀ ਕਹਿੰਦੇ ਆ ਵੀ ਪਤਾ ਨਹੀਂ ਕਿੱਥੇ ਤੱਕ ਅੰਤ ਹੈ ਇਹਦਾ, ਅਨੰਤ ਨਹੀਂ ਲੈ ਸਕਦੇ। ਇਸ ਕਰਕੇ ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਐਸਾ ਰਹੱਸ ਬਖਸ਼ਿਆ ਜੀਵਨ ਦਾ। ਮਹਾਰਾਜ ਨੇ ਇਸ ਪੰਕਤੀ ਦੇ ਵਿੱਚ ਕੈਸਾ ਰਸ ਦਿੱਤਾ ਹੈ, ਬਿਨ ਸੀਵਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਤੇ ਮੈਂ ਪਹਿਲਾਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਨੇ ਇੱਥੇ ਸਿਰਫ ਮੋਹਰ ਲਾਈ ਆ ਆਪਣੀ ਬਾਣੀ। ਇਹ ਅਕਾਲ ਦੀ ਆ, ਅਕਾਲ ਦੀ ਬਾਣੀ ਹੈ। ਗੁਰੂ ਸਾਹਿਬ ਨੇ ਮੋਹਰ ਲਾ ਦਿੱਤੀ ਕਿ ਇਹ ਗੱਲ ਸਹੀ ਹੈ। ਮੈਂ ਵੀ ਇਹ ਗੱਲ ਨੂੰ ਦ੍ਰਿਸ਼ਟਾਂਤ ਦੇ ਰੂਪ ਵਿੱਚ ਦਿੰਨਾ। ਤੇ ਸਾਧ ਸੰਗਤ ਜੀ, ਫਿਰ ਸਾਚਾ ਸਤਿਗੁਰ ਕਿਆ ਕਰੈ, ਜਾਂ ਸਿੱਖਾਂ ਮੈਂ ਚੂਕ। ਅੰਧੇ ਏਕ ਨਾ ਲੱਗ ਗਈ, ਜਿਉ ਬਾਂਸ ਵਜਾਈਏ ਫੂਕ। ਬਾਂਸ ਦੇ ਵਿੱਚ ਫੂਕਾਂ ਮਾਰੀਏ, ਉਹਦੇ ਚੋਂ ਕੋਈ ਧੁਨੀ ਨਹੀਂ ਪ੍ਰਗਟ ਹੁੰਦੀ। ਉਹੀ ਬਾਂਸ ਦੇ ਵਿੱਚ ਜਦੋਂ ਛੇਦ ਹੋ ਜਾਂਦੇ ਆ ਨਾ, ਛੇਦ ਜਦੋਂ ਉਹਦੇ ਵਿੱਚ ਮੋਰੀਆਂ ਹੋ ਜਾਂਦੀਆਂ, ਉਹ ਸੁਰ ਨਿਕਲਣ ਲੱਗ ਜਾਂਦੇ ਆ। ਉਹੀ ਧੁਨੀ ਸੁਣ ਕੇ ਮੁਗਧ ਹੋ ਜਾਂਦਾ ਬੰਦਾ। ਤੇ ਪਹਿਲੋਂ ਸਰੀਰ ਦੇ ਉੱਤੇ ਛੇਦ ਤਾਂ ਕਰਾਓ ਸੇਵਾ ਸਿਮਰਨ ਦੇ, ਫੇਰ ਹੀ ਉੱਚੋਂ ਧੁਨੀਆਂ ਨਿਕਲਣੀਆਂ। ਇਹ ਤੇ ਹੱਥ ਵਿੱਚ ਦੀਵਾ ਲਿਆ ਤੇ ਖੂਹ ਵਿੱਚ ਗਿਰ ਗਿਆ, ਤੇ ਕੌਣ ਸਿਆਣਾ ਕਹੂਗਾ? ਹੱਥ ਵਿੱਚ ਦੀਵਾ ਹੋਣ ਦੇ ਬਾਵਜੂਦ, ਚਾਨਣ ਹੋਣ ਦੇ ਬਾਵਜੂਦ ਅਸੀਂ ਖੂਹ ਵਿੱਚ ਗਿਰ ਰਹੇ ਹਾਂ। ਗੁਰੂ ਸਾਹਿਬ ਦੀ ਮੋਹਰ ਲੱਗੀ ਉੱਤੇ, ਵਾਕਾਂ ਉੱਤੇ ਅਸੀਂ ਨਹੀਂ ਚੱਲ ਰਹੇ ਤੇ ਤੜਫ ਰਹੇ ਹਾਂ, ਤੜਫ ਰਹੇ। ਤੇ ਸੱਚੇ ਪਾਤਸ਼ਾਹ ਉਹਦੀ ਮੋਹਰ ਲਾ ਦਿੰਦੇ ਆ, ਬਿਨ ਸਿਮਰਨ ਜੋ ਜੀਵਨ ਬਲਣਾ। ਬਿਨਾਂ ਸਿਮਰਨ ਤੋਂ ਜਿਹੜਾ ਜੀਵਨ ਆ ਉਹ ਬਲ ਰਿਹਾ। ਕਿਵੇਂ ਬਲ ਰਿਹਾ? ਜਿਵੇਂ ਸਰਪ ਜੈਸੇ ਅਰਜਾਰੀ, ਜਿਵੇਂ ਸਰਪ ਦੇ ਅੰਦਰ ਅੱਗ ਬਲਦੀ ਹੈ ਜ਼ਹਿਰ ਦੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। ਸੱਚੇ ਪਾਤਸ਼ਾਹ ਕਹਿੰਦੇ ਹੁਣ ਭਾਵੇਂ ਤੂੰ ਸਿਮਰਨ ਤੋਂ ਬਿਨਾ 9 ਖੰਡਾਂ ਦਾ ਰਾਜਾ ਬਣ ਜਾ, ਇੱਕ ਖੰਡ ਤਾਂ ਤੂੰ ਗੱਲ ਹੀ ਛੱਡ ਦੇ, ਇੱਕ ਜ਼ਿਲ੍ਹਾ ਦਾ ਗੱਲ ਹੀ ਛੱਡ ਦੇ, ਇੱਕ ਦੇਸ਼ ਦੀ ਤਾਂ ਗੱਲ ਹੀ ਛੱਡ ਦੇ। 9 ਖੰਡ, ਭਾਰਤ ਇੱਕ ਖੰਡ ਹੈ, 9 ਖੰਡ ਨੇ ਸ੍ਰਿਸ਼ਟੀ ਦੇ। 9 ਖੰਡਾਂ ਦਾ ਤੂੰ ਰਾਜਾ ਬਣ ਜਾ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। 9 ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛਿਆ ਕਿ। ਜੇ ਉਹਦੀ ਨਜ਼ਰ ਵਿੱਚ ਨਹੀਂ ਆਇਆ ਨਾ ਤਾਂ ਕਿਸੇ ਨਹੀਂ ਪੁੱਛਣਾ। 1 ਲੱਖ ਪੂਤ 1.25 ਲੱਖ ਨਾਤੀ, ਤੈ ਰਾਵਣ ਘਰ ਦੀਆ ਨਾ ਬਾਤੀ। ਕੈਸੀ ਅਵਸਥਾ ਹੈ? ਸਾਰੀ ਲੰਕਾ ਰਾਵਣ ਨੂੰ ਆਪਣਾ ਪਿਤਾ ਮੰਨਦੀ ਸੀ। ਸਾਰੀ ਲੰਕਾ 1.25 ਲੱਖ ਤੇ 1 ਲੱਖ ਪੁੱਤਰ, 1.25 ਲੱਖ ਪੁੱਤਰਾ। ਸਾਰੀ ਲੰਕਾ ਨੇ ਆਪਣਾ ਨਰਪਤੀ ਰਾਜਾ ਜਿਹੜਾ ਹੁੰਦਾ ਉਹ ਪਿਤਾ ਸਮਾਨ ਹੁੰਦਾ ਹੈ। ਪੁੱਤਰ ਵੀ 5 ਪ੍ਰਕਾਰ ਦੇ ਵਿਦਵਾਨਾਂ ਨੇ ਦੱਸੇ ਆ।
ਤੇ ਇਸੇ ਪ੍ਰਕਾਰ ਜਿਹੜਾ ਰਾਜਾ ਤੇ ਪ੍ਰਜਾ ਦਾ ਸੰਬੰਧ ਹੈ ਉਹ ਪਿਤਾ ਪੁੱਤਰ ਵਾਲਾ ਹੋ ਜਾਂਦਾ ਹੈ। ਤੇ ਸਾਰੀ ਲੰਕਾ ਰਾਵਣ ਨੂੰ ਆਪਣਾ ਪਿਤਾ ਮੰਨਦੀ ਸੀ, ਤੇ ਏਡਾ ਵੱਡਾ ਉਹਦਾ ਰਾਜ ਭਾਗ ਹੋਣ ਦੇ ਬਾਵਜੂਦ ਵੀ ਉਹਦੀ ਨਜ਼ਰ ਨਹੀਂ ਹੋਈ ਪਰਮੇਸ਼ਰ ਦੀ, ਤੇ ਕਿਸੇ ਨੇ ਉਹਦੇ ਨਾਂ ਦਾ ਮੁੜ ਕੇ ਦੀਵਾ ਵੀ ਨਹੀਂ ਬਾਲਿਆ ਵੀ ਇਹ ਸਾਡਾ ਰਾਜਾ ਹੁੰਦਾ ਸੀ। ਤੇ ਸਾਡੇ ਗੁਰੂ ਸਾਹਿਬ ਦੇ ਨਾਮ ਦੇ ਕਿੰਨੇ ਪ੍ਰਤੱਖ ਕੌਤਕ ਵਰਤਦੇ ਆ। ਅੱਜ ਵੀ ਆ ਇਸੇ ਸਥਾਨ ਤੇ ਜੋਤ ਜਗ ਰਹੀ ਹੈ, ਕੋਈ ਤੇਲ ਦੀ, ਕੋਈ ਕਿਸੇ ਪ੍ਰਕਾਰ ਦੀ ਜਗਾਂਦਾ, ਸਾਡੇ ਦੇਸੀ ਘਿਓ ਦੀ ਜਗਦੀ ਹੈ। ਪ੍ਰਤੱਖ ਕੌਤਕ ਹੈ, ਉੱਤਮ ਗੁਰੂ ਦੀ ਉੱਤਮ ਖੇਡ ਆ। ਕੋਈ ਪੀਰਾਂ ਫਕੀਰਾਂ ਦੀਆਂ ਲੱਗਦੀਆਂ ਨੇ, ਉਹਨਾਂ ਦਾ ਮਾਣ ਉਹਨਾਂ ਦੀ ਥਾਂ ਤੇ ਲੋਕ ਕਰਦੇ ਆ, ਤੇਲਾਂ ਦੀਆਂ ਲਾਂਦੇ, ਕਿਸੇ ਦੇਸੀ ਘਿਓ ਦੀ ਵੀ ਜਗਾਈ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ ਹੈ, ਵੇਖ ਲਓ ਦੇਸੀ ਘਿਓ ਦੇ ਦੀਵੇ ਜਗਾਏ ਸਿੱਖਾਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇਵੜ ਆਪ ਤੇਵੜ ਤੇਰੀ ਦਾਤ। ਓਡਾ ਵੱਡਾ ਪਰਮੇਸ਼ਰ ਹੈ, ਘਿਓ ਤੋਂ ਉੱਤਮ ਕਿਹੜੀ ਚੀਜ਼ ਹੈ। ਤੇ ਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਯਾਦ ਰੱਖ, ਜੇ 9 ਖੰਡਾਂ ਦਾ ਰਾਜ ਵੀ ਲੈ ਲਿਆ ਨਾ, ਨਵ ਖੰਡਨ ਕੋ ਰਾਜ ਕਮਾਵੇ। ਜੇ ਰਾਜ ਵੀ ਮਿਲ ਗਿਆ ਤੇ ਉਸ ਰਾਜ ਵਿੱਚ ਰੱਬ ਨਹੀਂ ਚੇਤਾ ਆਇਆ, ਉਹਦੀ ਨਜ਼ਰ ਨਹੀਂ ਹੋਈ ਤੇਰੇ ਤੇ, ਅੰਤ ਚਲੇ ਗੋਹਾਰੀ। ਭਾਵੇਂ 9 ਖੰਡਾਂ ਦਾ ਰਾਜ ਲੈਣ ਤੋਂ ਭਾਵ ਹੈ ਪਉ ਕਿਸੀ ਕੋ ਰਾਜ ਨਾ ਦੇਖ ਹੈ, ਜੋ ਲੇਖ ਹੈ ਨਿਜ ਬਲ ਸੇ ਲੇਖ ਹੈ। ਰਾਜ ਕੋਈ ਕਿਸੇ ਨੂੰ ਨਹੀਂ ਦਿੰਦਾ, ਉਹਦੇ ਲਈ ਪਹਿਲੋਂ ਲੜਾਈਆਂ ਕਰਨੀਆਂ ਪੈਂਦੀਆਂ ਸੀ, ਹੁਣ ਵੋਟਾਂ ਪੈਂਦੀਆਂ, ਫਰਕ ਇੰਨਾ ਹੀ ਹੈ। ਤੂੰ ਲੜਾਈਆਂ ਕਰਕੇ 9 ਖੰਡਾਂ ਦਾ ਰਾਜ ਲੈ ਲਿਆ, ਤੈਨੂੰ ਲੱਗਿਆ ਮੈਂ ਸਰਬਜੀਤ ਹੋ ਗਿਆ, ਸਾਰੀ ਦੁਨੀਆ ਜਿੱਤ ਲਈ, 9 ਖੰਡ ਜਿੱਤ ਲਏ, ਪਰ ਭਲੇਖਾ ਰੱਖੀ ਅੰਤ ਚਲੇ ਗੋਹਾਰੀ। ਅੰਤ ਨੂੰ ਰੱਬ ਦੀ ਨਜ਼ਰ ਨਾ ਹੋਣ ਕਰਕੇ ਸਾਰੀ ਦੁਨੀਆ ਨੂੰ ਤਾਂ ਜਿੱਤ ਗਿਆ, ਪਰ ਤੂੰ ਆਪਣੇ ਆਪ ਤੋਂ ਹਾਰ ਗਿਆ। ਆਪਣੇ ਆਪ ਤੋਂ ਹਾਰ ਹੀ ਗਿਆ, ਕਿਉਂਕਿ ਹੀਰਾ ਜਨਮ ਮਿਲਿਆ ਸੀ, ਇਹ ਕੌਡੀਆਂ ਦੇ ਭਾਅ ਵਿਕਾ ਦਿੱਤਾ। ਤੇ ਸੱਚੇ ਪਾਤਸ਼ਾਹ ਕਹਿੰਦੇ 9 ਖੰਡਾਂ ਦਾ ਰਾਜ ਵੀ ਗਵਾ ਬੈਠਾ ਹੈ। ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕੋ ਕਿਰਪਾ ਧਾਰੀ। ਉਸ ਗੁਣਾ ਦੇ ਨਿਧਾਨ ਖਜ਼ਾਨੇ ਪਰਮੇਸ਼ਰ ਦੇ ਗੁਣ ਉਹੋ ਹੀ ਗਾ ਸਕਦਾ ਜਿਹਦੇ ਤੇ ਉਹਦੀ ਕਿਰਪਾ ਹੋਵੇ। ਆ ਜਿਹੜੀ ਪੰਕਤੀ ਹੈ, ਇਹਦੇ ਰਮਜ ਨੂੰ ਸਮਝਣ ਦੀ ਬਜਾਏ ਜਿਹੜੇ ਮੇਰੇ ਵਰਗੇ ਮੂਰਖ ਨੇ ਜਾਂ ਬਹੁਤੇ ਜ਼ਿਆਦੇ ਪੜ੍ਹੇ ਲਿਖੇ ਸਿਆਣੇ ਨੇ, ਉਹ ਪਤਾ ਕੀ ਕਹਿੰਦੇ ਆ, ਜਦੋਂ ਗੁਰੂ ਨੂੰ ਭਾਵੇਗਾ ਗੁਰੂ ਸੱਦ ਲਵੇਗਾ, ਜੇ ਗੁਰੂ ਨੂੰ ਚੰਗਾ ਲੱਗੇਗਾ ਉਹ ਕਰਵਾ ਲਵੇਗਾ। ਫਿਰ ਇਹ ਵੀ ਨਾਲ ਉਦਮ ਕਰ ਲਿਆ ਕਰੋ ਵੀ ਜੇ ਪ੍ਰਸ਼ਾਦਾ ਪਿਆ ਹੈ ਨਾ ਥਾਲੀ ਵਿੱਚ, ਉਹਨੂੰ ਵੀ ਕਹਿ ਦਿਆ ਕਰੋ ਵੀ ਜੇ ਗੁਰੂ ਨੂੰ ਚੰਗਾ ਲੱਗੇਗਾ ਤੇ ਮੂੰਹ ਵਿੱਚ ਪੈ ਜਾਏਗਾ, ਨਹੀਂ ਤੇ ਮੈਂ ਨਹੀਂ ਪਾਣਾ। ਇਹ ਨਹੀਂ ਕਹਿਣਾ, ਇਹ ਨਹੀਂ ਕਹਿਣਾ, ਨਾ ਜੀ ਨਾ। ਕਹਿੰਦੇ ਪ੍ਰਸ਼ਾਦਾ ਪਿਆ ਉਹ ਛਕਣਾ ਨਹੀਂ। ਉਹ ਪ੍ਰਸ਼ਾਦਾ ਛਕਣ ਵਾਸਤੇ ਪੁਰਸ਼ਾਰਥ ਕਰਦਾ ਹੈ, ਹੱਥਾਂ ਨਾਲ ਗੁਰਕੀ ਤੋੜ ਕੇ ਮੂੰਹ ਵਿੱਚ ਪਾਉਂਦਾ ਹੈ, ਪੁਰਸ਼ਾਰਥ ਕਰਦਾ ਹੈ। ਪਰ ਜੇ ਕਹਿ ਦੇ ਵੀ ਤੂੰ ਜਪਜੀ ਸਾਹਿਬ ਪੜ੍ਹ ਲੈ, ਜੇ ਗੁਰੂ ਨੂੰ ਚੰਗਾ ਲੱਗੇ ਤੇ ਪੜ੍ਹਾ ਲਏਗਾ, ਇਹ ਕਿੱਧਰ ਦੀ। ਇਹ ਤੇ ਸਿਆਣਪਾਂ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਕ ਨਹੀਂ ਨਾਲ ਚੱਲਣੀ, ਜਿੰਨੀਆਂ ਮਰਜ਼ੀ ਕਰ ਲਓ। ਸਿਆਣਪਾਂ ਨਾਲ ਨਹੀਂ ਪਰਮੇਸ਼ਰ ਮਿਲਦਾ। ਭੋਲਾ ਭਾਏ ਮਿਲੇ ਰਗਰਾਇਆ। ਭੋਲਾ ਭਾਵ ਹੋਏਗਾ ਤਾਂ ਪਰਮੇਸ਼ਰ ਮਿਲੇਗਾ। ਇਹ ਤਾਂ ਤੇਰੀਆਂ ਸਿਆਣਪਾਂ ਹੀ ਬਹੁਤ ਨੇ। ਤੇ ਗੁਰੂ ਸਾਹਿਬ ਕੇ ਗਰੀਬ ਨਵਾਜ ਕਹਿੰਦੇ ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾਂ ਕੋ ਕਿਰਪਾ ਧਾਰੀ। ਉਹੀ ਗੁਣ ਗਾ ਸਕਦਾ ਗੁਣ ਨਿਧਾਨ ਪਰਮੇਸ਼ਰ ਦੇ, ਜਿਹਦੇ ਉੱਤੇ ਗੁਰੂ ਕਿਰਪਾ ਕਰਦਾ। ਗੁਰੂ ਕਿਹਦੇ ਤੇ ਕਿਰਪਾ ਕਰੇਗਾ? ਤੂੰ ਘਰੇ ਰਜਾਈ ਦੇ ਵਿੱਚ ਸੁੱਤਾ ਪਿਆ, ਤੇਰੇ ਤੇ ਕਿਰਪਾ ਹੋਊਗੀ? ਕਿਰਪਾ ਲੈਣ ਵਾਸਤੇ ਤਾਂ ਕਿਰਪਾ ਦੇ ਘਰ ਕੋਲ ਆਉਣਾ ਪੈਂਦਾ ਹੈ। ਕਦੀ ਖੂਹ ਵੀ ਪਿਆਸੇ ਕੋਲ ਗਿਆ। ਕੈਸੀ ਵਿਕਟ ਉਦਾਹਰਣ ਸਾਧ ਸੰਗਤ ਜੀ ਸਾਡੇ ਜੀਵਨ ਦੀ ਬਣ ਚੁੱਕੀ ਹੈ। ਕੈਸਾ ਮਨਮੁਖਾਂ ਵਾਲਾ ਜੀਵਨ ਬਣ ਚੁੱਕਿਆ। ਹਰ ਗੱਲ ਦੇ ਵਿੱਚ ਅਸੀਂ ਬਹਾਨਾ ਲੱਭਦੇ ਹਾਂ। ਜੇ ਹੋਏਗਾ, ਜੇ ਕਰੇਗਾ, ਜੇ ਗੁਰੂ ਨੂੰ ਭਾਵੇਗਾ। ਉਹ ਗੁਰੂ ਨੂੰ ਤਾਂ ਭਾਵੇਗਾ ਜੇ ਤੂੰ ਗੁਰੂ ਦੇ ਕੋਲ ਆਏਗਾ, ਗੁਰੂ ਜੀ ਨਾਲ ਗੱਲਾਂ ਕਰਨ ਦੀ ਭਾਵਨਾ ਰੱਖੇਗਾ, ਗੁਰੂ ਜੀ ਦਾ ਕਹਿਣਾ ਮੰਨੇਗਾ। ਤੇਰੇ ਆਪ ਦੇ ਘਰ ਦੇ ਵਿੱਚ ਬੱਚੇ ਹੈ, ਜਿਹੜਾ ਬੱਚਾ ਕਹਿਣਾ ਮੰਨਦਾ ਹੈ ਉਹਦੇ ਨਾਲ ਤਾਂ ਤੇਰਾ ਵੀ ਮੋਹ ਪਿਆਰ ਬਹੁਤ ਹੋ ਜਾਂਦਾ ਹੈ। ਤੇ ਜਿਹੜਾ ਨਹੀਂ ਮੰਨਦਾ ਉਹਨੂੰ ਫਿਰ ਗੁੱਸੇ ਵੀ ਤੂੰ ਹੀ ਹੁੰਦਾ, ਜੰਮੇ ਤਾਂ ਤੇਰੇ ਹੀ ਆ ਦੋਵੇਂ। ਜਿਹੜਾ ਨਹੀਂ ਕਹਿਣਾ ਮੰਨਦਾ ਉਹਨੂੰ ਕਹਿੰਦਾ ਜੀ ਇਹ ਨਲਾਇਕ ਹੈ। ਉਹ ਹੱਦ ਹੋ ਗਈ, ਤੇਰਾ ਖੂਨ ਹੈ, ਤੇਰੇ ਘਰ ਵਿੱਚ ਪਲਿਆ, ਤੂੰ ਉਹਨੂੰ ਜੰਮਿਆ, ਉਹ ਨਲਾਇਕ ਹੋ ਗਿਆ, ਚੰਗਾ ਲੱਗ ਗਿਆ। ਕਿਵੇਂ? ਕੇਵਲ ਕਹਿਣਾ ਮੰਨਣ ਕਰਕੇ, ਆਗਿਆ ਵਿੱਚ ਰਹਿਣ ਕਰਕੇ। ਜੇ ਤੂੰ ਗੁਰੂ ਦੀ ਆਗਿਆ ਮੰਨੇਗਾ, ਉਹ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਆ ਕੇ ਗਾ, ਤੇ ਫਿਰ ਵੇਖ ਤਾਂ ਕੋ ਕਿਰਪਾ ਧਾਰੀ। ਤੂੰ ਇੱਕ ਸ਼ਬਦ ਪੜ੍ਹੇਗਾ, ਦੂਜਾ ਸ਼ਬਦ ਪੜ੍ਹਨ ਲਈ ਗੁਰੂ ਤੇਰੇ ਤੇ ਕਿਰਪਾ ਕਰੇਗਾ।
ਤੂੰ 5 ਮਿੰਟ ਲਾਉਣ ਲਈ ਸੋਚੇਗਾ, 10 ਮਿੰਟ ਤੇਰੇ ਤੇ ਗੁਰੂ ਆਪ ਕਿਰਪਾ ਕਰਕੇ ਲਵਾਉਣਗੇ। ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਤੇ ਕਿਰਪਾ ਹੁੰਦੀ ਆ ਉਹ ਗੁਣ ਗਾਉਂਦਾ ਹੈ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਜਿਹਦੇ ਤੇ ਗੁਰੂ ਕਿਰਪਾ ਕਰ ਦਿੰਦੇ ਆ ਉਹ ਸੁਖੀ ਵੀ ਹੋ ਜਾਂਦਾ, ਦੁਨੀਆ ਵਿੱਚ ਲੋਕ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ, ਤੇ ਜਨਮ ਵੀ ਆਪਣਾ ਧਨਤਾ ਦੇ ਯੋਗ ਬਣਾ ਲੈਂਦਾ ਹੈ। ਜਿਹਦੇ ਤੇ ਗੁਰੂ ਸਾਹਿਬ ਕਿਰਪਾ ਕਰਕੇ ਆਪਣੀ ਨਦਰ ਕਰਕੇ ਉਹਨੂੰ ਨਾਮ ਦੀ ਦਾਤ ਬਖਸ਼ ਦਿੰਦੇ ਆ। ਐਸੇ ਗੁਰਸਿੱਖਾਂ ਤੋਂ ਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਅਸੀਂ ਬਲਿਹਾਰੇ ਜਾਂਦੇ ਆ, ਵਾਰੇ ਜਾਂਦੇ ਆ। ਗੁਰੂ ਗਰੀਬ ਨਵਾਜ ਕਿਰਪਾ ਕਰਨ ਐਸੇ ਗੁਰਸਿੱਖਾਂ ਦੀ ਕਰਨੀ ਅਤੇ ਐਸੇ ਗੁਰਸਿੱਖਾਂ ਦਾ ਜੀਵਨ ਸਾਨੂੰ ਪ੍ਰਾਪਤ ਹੋ ਜਾਵੇ, ਜਿਹਦੇ ਨਾਲ ਸਾਡਾ ਵੀ ਲੋਕ ਸੁਖੀਆ ਪਰਲੋਕ ਸੁਹੇਲਾ। ਬੋਲਦਿਆਂ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਗਰੀਬ ਨਵਾਜ ਸਭਨਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ। ਭੁੱਲਾਂ ਚੁੱਕਾਂ ਨੂੰ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।